ਸ੍ਰੀ ਵਾਹਿਗੁਰੂ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਅੱਜ ਪੰਜਵੀਂ ਪੌੜੀ ਦੀ ਕਥਾ ਆਰੰਭ ਹੋਣੀ ਹੈ। ਗੁਰੂ ਕਿਰਪਾ ਕਰੇ। ਆਓ ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨ ਦਾ ਭੰਡਾਰਾ ਵਰਤਾ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਸਤਿਗੁਰੂ ਮਹਾਰਾਜ ਸਾਹਿਬ ਜੀ ਸਿੱਧਾਂ ਦੇ ਨਾਲ ਗੋਸ਼ਟ ਕਰਦਿਆਂ ਹੋਇਆਂ ਇਹ ਬੜੇ ਉੱਤਰ ਪ੍ਰਸ਼ਨ ਪਿੱਛੇ ਹੋਏ ਤੇ ਹੁਣ ਉਹਨਾਂ ਦੇ 6 ਪ੍ਰਸ਼ਨ ਇਕੱਠੇ ਕਿ ਜੋ ਜਿਹੜਾ ਪਰਮੇਸ਼ਵਰ ਹੈ ਉਹ ਨਾਦੀ ਹੈ ਜਾਂ ਬਿੰਦੀ ਹੈ। 2 ਪ੍ਰਸ਼ਨ ਨੇ। ਤੀਸਰਾ ਪ੍ਰਸ਼ਨ ਹੈ ਵੀ ਉਹ ਪਰਮੇਸ਼ਵਰ ਸੁਤੰਤਰ ਹੈ। ਚੌਥਾ ਪ੍ਰਸ਼ਨ ਹੈ ਕਿ ਜਾਂ ਉਹ ਪਤੰਤਰ ਹੈ। ਪੰਜਵਾਂ ਪ੍ਰਸ਼ਨ ਹੈ ਕਿ ਉਹ ਮਲ ਮਾਇਆ ਦੇ ਸਹਿਤ ਹੈ ਕਿ ਉਹ ਮਲ ਮਾਇਆ ਤੋਂ ਰਹਿਤ ਹੈ ਸੁਧ ਸੁਧ। ਇਹ 6 ਪ੍ਰਸ਼ਨ 2 ਪ੍ਰਸ਼ਨਾਂ ਦਾ ਇੱਕ ਜੋੜਾ ਹੈ। ਨਾਦੀ ਹੈ, ਬਿੰਦੀ ਹੈ, ਸੁਤੰਤਰ ਹੈ, ਪਤੰਤਰ ਹੈ, ਮਲ ਮਾਇਆ ਸਹਿਤ ਹੈ, ਰਹਿਤ ਹੈ। ਤੇ ਮਹਾਰਾਜ ਸਾਹਿਬ ਜੀ ਨੇ 2 ਤੁਕਾਂ 'ਚ ਹੀ ਉਹਨਾਂ ਦਾ ਉੱਤਰ ਦੇ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ 84 ਹੋਣ ਪ੍ਰਸ਼ਨ ਕਰਨ ਵਾਲੇ ਤੇ ਭਾਈ ਬਾਲੇ ਤੇ ਮਰਦਾਨੇ ਨੂੰ ਹੁਕਮ ਨਹੀਂ ਵਿੱਚ ਬੋਲਣ ਦਾ, ਤੇ ਉੱਤਰ ਦੇਣ ਵਾਲੇ ਨੇ ਆਪ ਨਿਰੰਤਰ ਕਰ ਦਿੱਤਾ ਸਾਰਿਆਂ ਨੂੰ। ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਨੇ ਥਾਪਿਆ ਨਾ ਜਾਏ। ਉਹ ਪਰਮੇਸ਼ਰ ਵਾਹਿਗੁਰੂ ਕਹਿੰਦੇ ਸਿੱਧੋ, ਤੇ ਉਹ ਪਰਮੇਸ਼ਰ ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ, ਪ੍ਰਸ਼ਨ ਕੀਤਾ ਹੈ ਕਿ ਉਹ ਪਰਮੇਸ਼ਰ ਨਾਦੀ ਹੈ ਕਿ ਬਿੰਦੀ ਹੈ। ਤੇ ਨਾਦੀ ਉਹ ਹੁੰਦਾ ਹੈ ਜਿਹੜਾ ਆਪਣੇ ਚੇਲੇ ਨੂੰ ਆਪਣੇ ਥਾਂ 'ਤੇ ਗੱਦੀ ਦੇ ਦੇਵੇ, ਜਾਂ ਉਹਦੇ ਮਰਨ ਤੋਂ ਬਾਅਦ ਸਾਧੂ ਇਕੱਠੇ ਹੋ ਕੇ ਜਿਵੇਂ ਚੱਲਦਾ ਥਾਂ ਥਾਂ 'ਤੇ ਉਹਨੂੰ ਸਥਾਪਨ ਕਰ ਦਿੰਦੇ ਨੇ ਵੀ ਹੁਣ ਉਹਦੇ ਥਾਂ 'ਤੇ ਇਹ ਪਿਓ ਦੇ ਮਰੇ 'ਤੇ ਵੱਡੇ ਪੁੱਤਰ ਨੂੰ ਪੱਗ ਦੇ ਦਿੰਦੇ ਵੀ ਉਹਦੇ ਇਹ ਥਾਪਨਾ ਹੀ ਹੈ। ਰਾਜੇ ਦੇ ਮਰੇ 'ਤੇ ਦੂਸਰੇ ਯੁਵਰਾਜ ਨੂੰ ਉਹਦਾ ਗੱਦੀ ਨਿਸ਼ਾਨ ਥਾਪਦੇ, ਇਹਨੂੰ ਕਹਿੰਦੇ ਹੈ ਥਾਪਨਾ। ਜਿਹੜੇ ਤਾਂ ਹੈ ਸਾਧੂ ਤੇ ਉਹਨਾਂ ਦੀ ਬਿੰਦੀ ਵੰਸ਼ ਨਹੀਂ ਹੁੰਦੀ, ਨਾਦੀ ਵੰਸ਼ ਹੈ। ਨਾਦੀ ਵੰਸ਼ ਕਹਿੰਦੇ ਨੇ ਜਿਹੜਾ ਉਪਦੇਸ਼ ਦੇ ਕੇ ਅੱਗੇ ਪੁੱਤਰ ਦੀ ਤਰ੍ਹਾਂ ਚੇਲਾ ਪੈਦਾ ਕੀਤਾ ਹੈ। ਜਿਵੇਂ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਨਾਦੀ ਪੁੱਤਰ ਹੈ, ਬਿੰਦੀ ਪੁੱਤਰ ਚਾਰੇ ਸਾਹਿਬਜ਼ਾਦੇ ਸੀ। ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹਨੂੰ ਕਿਸੇ ਨੇ ਸਥਾਪਨ ਨਹੀਂ ਕੀਤਾ, ਕਿਸੇ ਨੇ ਗੱਦੀ ਨਹੀਂ ਦਿੱਤੀ ਕਿ ਰੱਬ ਨੂੰ ਸਥਾਪਨ ਕਰ ਦਿੱਤਾ। ਜਦੋਂ ਸਥਾਪਨ ਨਹੀਂ ਕੀਤਾ ਤੇ ਫਿਰ ਉਹ ਪਰਮੇਸ਼ਰ ਕਿਸੇ ਦਾ ਫਿਰ ਨਾਦੀ ਵੰਸ਼ ਹੈ ਨਹੀਂ। ਤੋ ਇਸ ਕਰਕੇ ਜੋ ਤੁਸੀਂ ਇਹ ਸਵਾਲ ਕੀਤਾ ਇਹਦਾ ਇਹ ਜਵਾਬ ਹੈ। ਦੂਸਰਾ ਸਵਾਲ ਹੈ ਵੀ ਉਹ ਕੀਤਾ ਹੋਇਆ ਕਿਸੇ ਦਾ ਵੀ ਜਿਵੇਂ ਬਿੰਦੀ ਵੰਸ਼ ਹੁੰਦੀ ਹੈ। ਪਰਮੇਸ਼ਰ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਕੀਤਾ ਨਾ ਹੋਏ ਕਿਸੇ ਦਾ ਕੀਤਾ ਹੋਇਆ, ਜਿਵੇਂ ਪਿਤਾ ਪੁੱਤਰ ਪੈਦਾ ਕਰ ਲੈਂਦਾ, ਸੰਤਾਨ ਪੈਦਾ ਕਰ, ਉਹਦੀ ਬਿੰਦ ਤੋਂ ਪੈਦਾ ਹੁੰਦੀ ਹੈ ਜਿਹੜੀ, ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ। ਇਹਨੇ ਸਿੱਧੋ ਉਹ ਵਾਹਿਗੁਰੂ ਕਰਤਾ ਭਾਵ ਜਨਮ ਦੇਣ ਵਾਲਾ, ਜਨਕ ਉਹਦਾ ਕੋਈ ਨਹੀਂ ਹੈ। ਜਨਕ ਜਨਿਆ ਭਾਵ ਸੋਹੰਦਾ ਨੇ, ਉਹ ਬਿੰਦੀ ਵੰਸ਼ ਵੀ ਨਹੀਂ ਹੈ, ਨਾਦੀ ਵੰਸ਼ ਵੀ ਨਹੀਂ ਹੈ। ਇਸ ਕਰਕੇ ਉਹ ਪਰਮੇਸ਼ਰ ਦਾ ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ ਕਿ ਨਾਦੀ ਵੰਸ਼ ਹੈ ਕਿ ਬਿੰਦੀ ਵੰਸ਼ ਹੈ, ਤੇ ਉਹ ਕਿਸੇ ਦਾ ਸਥਾਪਨ ਨਾ ਹੋਣ ਕਰਕੇ ਨਾ ਨਾਦੀ ਵੰਸ਼ ਹੈ ਨਾ ਬਿੰਦੀ ਵੰਸ਼ ਹੈ। ਪਰਮੇਸ਼ਰ ਨਾ ਤਿਸ ਬਾਪ ਨਾ ਮਾਏ ਕਿੰਤੂ ਜਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 10ਵੇਂ ਗ੍ਰੰਥ ਫਰਮਾਨ ਕੀਤਾ ਹੈ, ਨਾ ਤਾਤੰ ਨਾ ਮਾਤੰ ਨਾ ਜਾਤੰ ਨਾ ਕਾਯੰ ਨਾ ਨੇਹੰ ਨਾ ਗੇਹੰ ਨਾ ਪਰਮੰ ਨਾ ਪਾਯੰ। ਨਾ ਤਾਂ ਕੋ ਕੋਈ ਤਾਤ ਮਾਤੰ ਨਾ ਭਾਯੰ ਨਾ ਪੁੱਤਰੰ ਨਾ ਪੋਤਰੰ ਨਾ ਦਾਯੰ ਨਾ ਦਾਯੰ ਨਹੀਂ ਜਾਣ ਜਾਏ ਕਛੂ ਰੂਪ ਰੇਖੰ। ਕਹਾਂ ਵਾਸ ਤਾਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੈ
ਕਹਾਂ ਮੈਂ ਬਖਾਨੋ ਕਹੇ ਵੋ ਨਾ ਆਵੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਸੀ। ਤੋ ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਆਪੇ ਆਪ ਦਾ ਮਤਲਬ ਆਪਣਾ ਆਪ ਸਰੂਪ ਹੈ, ਆਪਣੇ ਆਪ ਤੋਂ ਹੀ ਆਪ ਹੈ, ਕਿਸੇ ਦੇ ਅਧੀਨ ਨਹੀਂ ਹੈ। ਇਸ ਕਰਕੇ ਸਿੱਧੋ ਉਹ ਸੁਤੰਤਰ ਹੈ। ਤੁਹਾਡਾ ਸਵਾਲ ਸੀ ਉਹ ਸੁਤੰਤਰ ਕਿ ਪਤੰਤਰ? ਉਹ ਸੁਤੰਤਰ ਹੈ, ਪਤੰਤਰ ਨਹੀਂ ਹੈ। ਤੇ ਫਿਰ ਉਹ ਮਲ ਮਾਇਆ ਦੇ ਸਹਿਤ ਹੈ ਕਿ ਮਲ ਮਾਇਆ ਦੇ ਰਹਿਤ ਹੈ? ਤੁਹਾਡਾ ਪ੍ਰਸ਼ਨ ਸੀ। ਉਹ ਪ੍ਰਭੂ ਨਿਰੰਜਨ, ਅੰਜਨ ਨਾਮ ਹੁੰਦਾ ਸੁਰਮੇ ਦਾ, ਨਿਰਜਮਾ ਅੰਜਨ, ਸੁਰਮੇ ਤੋਂ ਲੈਣੀ ਹੈ ਕਾਲਸ, ਸੁਰਮਾ ਕਾਲਾ ਹੁੰਦਾ। ਮਾਇਆ ਜਿਹੜੀ ਹੈ ਇਹ ਅੰਜਨ ਰੂਪ ਹੈ। ਅੰਜਨ ਮੈਂ ਹੈ ਨਿਰੰਜਨ ਰਹੀ ਹੈ, ਇਹ ਅੰਜਨ ਰੂਪ ਹੈ ਸਾਰਾ ਸੰਸਾਰ। ਇਸ ਕਰਕੇ ਕਦੇ ਕਦੇ ਇਹਨੂੰ ਕਿਤੇ ਕਿਹਾ ਹੈ ਕਾਜਲ ਕੋਠਰੀ ਹੈ, ਕਾਜਲ ਕੋਠ ਮੈਂ ਭਰੀ ਨਕਾਰੀ, ਸਾਰਾ ਸੁਰਮਾ ਰੂਪ ਹੈ ਕਾਲ ਸੇ। ਦੇਖਣ ਵਾਲੇ ਪਦਾਰਥ, ਦਿਸਣ ਵਾਲੇ ਪਦਾਰਥ ਸਭ ਕਾਲਸ ਲਾ ਰਹੇ ਹੈ। ਤੇ ਪਰ ਪਰਮਾਤਮਾ ਕੈਸਾ ਹੈ? ਨਿਰਜਮਾ ਅੰਜਨ, ਨਿਰੰਜਨ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਆਗਮ ਪਾਰਾ। ਉਹ ਮਲ ਮਾਇਆ ਤੋਂ ਰਹਿਤ ਹੋਣ ਕਰਕੇ ਸੁੱਧ ਸਰੂਪ ਹੈ, ਅੰਜਨ ਰੂਪ ਮਾਇਆ ਤੋਂ ਰਹਿਤ ਹੈ। ਤੋ ਇਸ ਕਰਕੇ ਜਿਹੜੇ ਉਹਨਾਂ ਦੇ 6 ਸਵਾਲ ਸੀ, ਇਹਨਾਂ ਦਾ ਉੱਤਰ ਮਹਾਰਾਜ ਨੇ ਦੇ ਦਿੱਤਾ। ਪ੍ਰਸ਼ਨ ਤਾਂ ਕਈ ਵਾਰੀ ਉਹਨਾਂ ਦੇ ਮੁੱਕ ਜਾਂਦੇ ਹੈ, ਪ੍ਰਸ਼ਨ ਫਿਰ ਜਿਹੋ ਜਿਹਾ ਮੂੰਹ 'ਚ ਆ ਜਾਂਦਾ ਹੈ ਜੀ ਪ੍ਰਸ਼ਨ ਕਰਨ। ਕਹਿੰਦੇ ਜੀ ਠੀਕ ਹੈ, ਜੋ ਤੁਸੀਂ ਇਹ ਅਸੀਂ ਪ੍ਰਸ਼ਨ ਕੀਤੇ ਸੀ ਤੁਸੀਂ ਉੱਤਰ ਦੇ ਦਿੱਤਾ 2 ਤੁਕਾਂ 'ਚ। ਫਿਰ ਇੰਨਾ ਦੱਸੋ ਵੀ ਜਿਹੜੇ ਉਹਨੂੰ ਸੇਵਦੇ ਹੈ, ਜਾਣੀ ਉਹਦਾ ਭਜਨ ਕਰਦੇ ਹੈ, ਉਹਦਾ ਚਿੰਤਨ ਕਰਦੇ ਨੇ, ਐਸਾ ਜੋ ਪਰਮੇਸ਼ਰ ਹੈ ਜੋ ਤੁਸੀਂ ਵਰਣਨ ਕੀਤਾ ਹੈ ਮੂਲ ਮੰਤਰ 'ਚ ਵੀ, ਸਤ ਚੇਤਨ ਆਨੰਦ ਹੈ, ਸਤਿਗੁਰ ਪ੍ਰਸਾਦ ਹੈ, ਉਹਨਾਂ ਨੂੰ ਫਲ ਕੀ ਪ੍ਰਾਪਤ ਹੁੰਦਾ ਹੈ ਜਿਹੜੇ ਉਹਦਾ ਸੇਵਨ ਕਰਦੇ। ਫਿਰ ਮਹਾਰਾਜ ਨੇ ਉੱਤਰ ਦਿੱਤਾ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਸੇਵਿਆ ਕੀ, ਸੇਵਨ ਕੀਤਾ, ਮਤਲਬ ਕੀ ਹੈ? ਭਜਨ ਕੀਤਾ, ਸਿਮਰਨ ਕੀਤਾ, ਤੇ ਉਹਨਾਂ ਨੇ ਪਰਮੇਸ਼ਰ ਦੇ ਦਰ ਤੋਂ ਮਾਣ ਨਾਮ ਹੁੰਦਾ ਹੈ ਸਤਿਕਾਰ ਦਾ, ਸਤਿਕਾਰ ਪ੍ਰਾਪਤ ਕਰ ਲਿਆ। ਇੱਕ ਨੇ ਨਹੀਂ, 2 ਨੇ ਨਹੀਂ। ਭਗਤ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ, ਜਨਮ ਤਾਂ ਦੇਖੋ ਕਿੱਥੇ ਹੋਇਆ ਇਹਨਾਂ ਦਾ, ਜਿੱਥੇ ਲੋਕੀ ਬਹੁਤ ਜਾਤੀ ਦੇ ਵਿਤਕਰੇ ਨਫ਼ਰਤ ਕਰਦੇ ਸੀ। ਇਸੇ ਕਰਕੇ ਪਾਵਨ ਬਚਨ ਹੈ, ਨੀਚ ਜਾਤ ਹਰ ਜਪਦਿਆਂ ਉਤਮ ਪਦਵੀ ਪਾਏ। ਪੁੱਛੋ ਵਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਦਾਸੀ ਦਾ ਪੁੱਤਰ ਸੀ, ਮਾਨ ਕਿਵੇਂ ਪਾਇਆ? ਸੇਵਿਆ ਭਗਵਾਨ। ਜਾਂ ਫਿਰ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆੜਦਮ ਕੋ ਸ਼ੀਪੁਰ ਹੋਇਓ ਲਾਖੀਨਾ। ਰਹਾਉ ਬੁਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋਲਾ ਹਰਾ ਪਇਓ ਗੁਣੀ ਗਹੀਰਾ। ਰਵਿਦਾਸ ਟਵੰਤਾ ਢੋਰ ਨੀਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆਂ ਉਹ ਕਰ ਕਰ ਸੁਨਿਆ। ਹਿਰਦੇ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਇਹ ਵਿਦ ਸੁਣ ਕੇ ਜਾਟ ਲੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੋਸਾਈਆਂ ਧੰਨਾ ਬੜ ਭਾਗਾ। ਇਹ ਜਿਨ੍ਹਾਂ ਨੇ ਸੇਵਿਆ ਉਹਨਾਂ ਦੀ ਸਾਰੀ ਕਹਾਣੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕਰਕੇ ਫਿਰ ਇਹ ਧੰਨੇ ਨੂੰ ਸਿਰੋਂ ਪਾ ਦਿੱਤਾ ਹੋਇਆ। ਇਸ ਕਰਕੇ ਭਗਤਾਂ ਦੀ ਬਾਣੀ 'ਚ ਆਊਗਾ ਸ਼ਬਦ ਹੈ ਸਿਰੋਂ ਪਾ ਦਿੱਤਾ ਹੈ। ਸਿਰੋਪੋ ਜੀ ਦੇ ਪਾ ਦਈਏ ਉਹਦੇ ਗਲ 'ਚ ਉਹਦਾ ਹੀ ਹੁੰਦਾ ਫਿਰ ਉਹ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੇ ਮਾਨ ਸਤਿਕਾਰ ਪ੍ਰਾਪਤ ਪਾਇਆ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਥਨ ਕੀਤਾ, ਇਸ ਕਰਕੇ ਜਦੋਂ ਸਤਿਯੁਗ ਤੋਂ ਲੈ ਕੇ ਹੁਣ ਤੱਕ ਮਾਨ ਪ੍ਰਾਪਤ ਕੀਤਾ ਜਿਨ੍ਹਾਂ ਨੇ ਸੇਵਿਆ, ਤਾਂ ਫਿਰ ਗਾਵੀਏ ਉਹਦੇ ਜਸ ਨੂੰ ਗਾਉਣਾ ਕਰੀਏ
ਕਿਉਂਕਿ ਸਾਰਿਆਂ ਦਾ ਗੁਣੀ ਗੁਣਾਂ ਦਾ ਨਿਧਾਨ ਨਾਮ ਖਜ਼ਾਨੇ ਦਾ, ਗੁਣਾਂ ਦਾ ਖਜ਼ਾਨਾ ਹੈ। ਗੁਣ ਪ੍ਰਾਪਤ ਹੋ ਗਣਗੇ ਸਿੱਧੋ। ਇਹ ਉੱਤਰ ਪ੍ਰਸ਼ਨਾਂ ਦੀ ਗੱਲ ਛੱਡੋ, ਤੁਸੀਂ ਬੰਦਗੀ ਕਰਿਆ ਕਰੋ। ਐਵੇਂ ਨਾ ਕਰਾਮਾਤਾਂ ਦਿਖਾ ਦਿਖਾ ਕੇ ਲੋਕਾਂ ਨੂੰ ਚੇਲੇ ਚੇਲੀਆਂ ਬਣਾਓ, ਇਹ ਚੰਗਾ ਨਹੀਂ ਹੈ। ਇਹ ਸਿੱਧਾ ਨੂੰ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹੋਏ ਤਾਂ ਫਿਰ ਸਿੱਧਾ ਨੇ ਫਿਰ ਪ੍ਰਸ਼ਨ ਹੋਰ ਕੀਤਾ। ਕਹਿੰਦੇ ਜੀ ਇਹ ਗੱਲ ਤੁਹਾਡੀ ਮੰਨ ਲਈ, ਗਾਉਣ ਨੂੰ ਵੀ ਤਿਆਰ ਹਾਂ, ਪਰ ਗਾਉਣ ਦਾ ਤਰੀਕਾ ਦੱਸੋ, ਕਿਵੇਂ ਗਾਈਏ? ਇਹ ਹੁਣ ਪ੍ਰਸ਼ਨ ਹੈ ਉਹਨਾਂ ਦਾ। ਮਹਾਰਾਜ ਸਾਹਿਬ ਜੀ ਫਿਰ ਇਹ ਦੱਸਣਗੇ ਕਿ ਗਾਉਣ ਦਾ ਤਰੀਕਾ ਕੀ ਹੈ। ਇਹ ਉੱਤਰ ਦੇ ਵਿੱਚ ਅਗਲੀ ਤੁਕ ਹੈ ਜੀ। ਗਾਵੀਐ ਸੁਣੀਐ ਮਨ ਰਖੀਐ ਭਾਵ। ਮਹਾਰਾਜ ਸਾਹਿਬ ਕਹਿੰਦੇ ਜਿਸ ਵੇਲੇ ਗਾਵੀਏ, ਜਸ ਗਾਉਣਾ ਕਰੀਏ, ਉਸ ਵੇਲੇ ਭਾਵੇਂ ਬਾਣੀ ਦੁਆਰਾ ਗਾਇਨ ਕਰ ਰਹੇ ਹਾਂ, ਕਿਸੇ ਗ੍ਰੰਥ ਦੁਆਰਾ ਕਰ ਰਹੇ ਹਾਂ, ਜਾਂ ਫਿਰ ਕਿਸੇ ਸ਼ਬਦ ਨੂੰ ਸਾਜ਼ਾਂ ਦੁਆਰਾ ਗਾਇਨ ਕਰ ਰਹੇ ਹਾਂ, ਕੀਰਤਨ ਰੂਪ ਦੇ ਵਿੱਚ ਕਰ ਰਹੇ ਹਾਂ, ਕਿਸੇ ਤਰ੍ਹਾਂ ਜਦੋਂ ਗਾਉਣਾ ਕਰੀਏ ਉਸ ਵੇਲੇ ਭਾਵਨਾ ਰੱਖੀਏ। ਪਹਿਲਾ ਅਰਥ ਭਾਵਨਾ 'ਤੇ ਜਾਊਗਾ, ਫਿਰ ਪ੍ਰੇਮ 'ਤੇ ਜਾਊਗਾ। ਭਾਵਨਾ ਦਾ ਅਰਥ ਹੈ ਵੀ ਉਹਦੇ ਵਿੱਚ ਸਨੇਹ ਹੋਣਾ, ਅਰਥ ਨੇੜੇ ਤੇੜੀ ਨਹੀਂ ਜੇ। ਵਿਸ਼ਵਾਸ ਰੱਖਣਾ, ਸ਼ਰਧਾ ਰੱਖਣੀ, ਸ਼ਰਧਾ ਭਾਵਨਾ ਇਕੱਠੇ ਸ਼ਬਦ ਆ ਜਾਂਦੇ। ਇਉਂ ਵਿਸ਼ਵਾਸ ਰੱਖੀਏ ਕਿ ਪ੍ਰਮਾਤਮਾ ਮੇਰਾ ਭਲਾ ਕਰਨ ਵਾਲਾ ਹੈ। ਫਿਰ ਕੀ ਹੋਏਗਾ? ਹਿਰਦੇ 'ਚ ਭਾਵ ਪ੍ਰੇਮ ਪ੍ਰਕਾਸ਼ ਹੋ ਜਾਏਗਾ, ਪ੍ਰੇਮ ਦਾ ਪ੍ਰਕਾਸ਼ ਹੋ ਜੂ। ਉਸ ਵਾਹਿਗੁਰੂ ਦੇ ਗੁਣਾਂ ਨੂੰ ਪ੍ਰੀਤ ਰੂਪੀ ਜੀਵ ਦੇ ਨਾਲ ਗਾਵੋ। ਇਹ ਹੁਣ ਅੰਤਰੀ ਅਰਥ ਹੈ ਇਹਦਾ। ਗਾਉਣਾ ਕਿਵੇਂ ਹੈ? ਪ੍ਰਤੱਖ ਤਾਂ ਇਸ ਜੀਵ ਦੇ ਨਾਲ ਗਾਉਣਾ ਹੈ। ਜਿਹੜੀ ਪ੍ਰੀਤ ਹੈ ਇਹ ਆਪਣੇ ਆਪ ਵਿੱਚ ਜੀਵ ਹੈ। ਅਸੀਂ ਜੀਵ 'ਤੇ ਨਹੀਂ ਬੋਲਦੇ ਹੁੰਦੇ, ਜਿਹਦੇ ਨਾਲ ਪ੍ਰੇਮ ਹੈ ਉਹ ਸੁਰਤ ਦੇ ਵਿੱਚ ਉਹਦੀ ਚਿਤਵਣੀ ਚੱਲਦੀ ਹੁੰਦੀ। ਇਹ ਪ੍ਰਮਾਣ ਦਿੰਦੇ ਨਾ। ਪ੍ਰੀਤ ਰੂਪ ਰਸਨਾ ਦੇ ਨਾਲ ਗਾਵੀਏ, ਗਾਉਣਾ ਕਰੀਏ, ਅਤੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣੀਏ। ਗਾਵੀਏ, ਸੁਣੀਏ। ਅਤੇ ਸੁਣਨ ਤੋਂ ਬਾਅਦ ਹੁਣ ਇਹਦੇ ਵਿੱਚ ਵੀ ਅੱਗੇ ਮਨ ਦੇ ਵਿੱਚ ਮੰਨਣ ਕਰੀਏ। ਮੰਨਣ ਕਰਨ ਤੋਂ ਬਾਅਦ ਰੱਖੀਏ, ਭਾਵ ਨਿਧਿਆਸਨ ਕਮਾਈ ਕਰੀਏ। ਫਿਰ ਉਹਦਾ ਭਾਵ ਕਿ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਕਰਕੇ ਉਸ ਵਾਹਿਗੁਰੂ ਦੇ ਜਸ ਨੂੰ ਗਾਵੀਏ ਅਤੇ ਉਸ ਵੇਲੇ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ। ਅਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ, ਪ੍ਰਤੱਖਣ, ਮੈਂ ਉਹਨਾਂ ਦਾ ਸੇਵਕ ਹਾਂ। ਗੁਰੂ ਸਾਹਿਬ ਜੀ ਦੀ ਜਿਵੇਂ ਗੋਦ ਵਿੱਚ ਬੈਠਾ, ਜਿਵੇਂ ਬੱਚਾ ਬੈਠਾ ਹੁੰਦਾ ਹੈ, ਇਹ ਭਾਵਨਾ ਦੇ ਨਾਲ ਬਾਣੀ ਪੜ੍ਹਨ ਸੁਣਨ ਦਾ ਤਰੀਕਾ ਹੈ। ਅਤੇ ਫਿਰ ਪ੍ਰਕਾਸ਼, ਸ਼ਰਧਾ ਭਾਵਨਾ ਪ੍ਰੇਮ ਦੇ ਸਹਿਤ ਹੋ ਜਾਈਏ ਤਾਂ ਉਸ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ, ਗਿਆਨ ਦਾ ਚਾਨਣਾ ਹੋ ਜਾਂਦਾ। ਪਹਿਲਾ ਮੁੱਖ ਦੁਆਰਾ ਗਾਵੀਏ, ਗਾਉਣਾ ਕਰੀਏ। ਉਸ ਵੇਲੇ ਸ਼ਰਧਾ ਵੱਜਦੀ ਹੈ, ਵਿਸ਼ਵਾਸ ਵੱਜਦਾ ਹੈ। ਫਿਰ ਕੰਨਾਂ ਨਾਲ ਸੁਣੀਏ, ਮਨ ਦੇ ਵਿੱਚ ਪ੍ਰੇਮ ਰੱਖੀਏ, ਉਹ ਪ੍ਰੇਮ ਲੱਗ ਜਾਂਦਾ। ਫਿਰ ਪਹਿਲੀ ਅਵਸਥਾ ਵਿੱਚ ਕੰਠ ਦੁਆਰਾ ਬਾਣੀ ਪੜ੍ਹਦੇ, ਉਚਾਰਨ ਕਰਦੇ, ਕੰਨਾਂ ਨਾਲ ਵੀ ਸੁਣੀ ਜਾਣਾ, ਜਿੰਨੀ ਕੁ ਆਪਣੇ ਕੰਨਾਂ ਨੂੰ ਸੁਣੀਏ। ਕੰਨ ਸੁਣ ਕੇ ਚਿੱਤ ਵਿੱਚ ਇਕਾਗਰਤਾ ਵਧਦੀ ਹੈ। ਪਹਿਲਾਂ ਇਕਾਗਰਤਾ ਵਧਾਉਣ ਵਾਸਤੇ ਇਹੀ ਤਰੀਕਾ ਹੈ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸਿੱਧਾ ਨੇ ਫਿਰ ਪ੍ਰਸ਼ਨ ਕੀਤਾ, ਇਹਦਾ ਫਲ ਕੀ ਹੋਊਗਾ? ਦੁਬਾਰੇ ਫਿਰ ਉਸ ਤਰ੍ਹਾਂ ਦਾ ਪ੍ਰਸ਼ਨ ਹੈ। ਤਾਂ ਮਹਾਰਾਜ ਉੱਤਰ ਦਿੰਦੇ ਹਨ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਇਹ ਸਿੱਧੋ, ਦੁੱਖ ਤਾਂ ਛੋਟੇ ਛੋਟੇ ਸੰਸਾਰ ਵਿੱਚ ਹੋਰ ਵੀ ਬਹੁਤ ਹੈ, ਪਰ ਸਭ ਤੋਂ ਵੱਡਾ ਦੁੱਖ ਜੰਮਣ ਤੇ ਮਰਨ ਦਾ ਹੈ। ਇਸ ਕਰਕੇ ਜੰਮਣ ਤੇ ਮਰਨ ਦੇ ਦੁੱਖ ਕਸ਼ਟ ਜਿਹੜੇ ਨੇ ਉਹ ਪਰ ਹਰ ਦੂਰ ਹੋ ਜਾਂਦੇ ਨੇ। ਪਰ ਹਰ ਦਾ ਅਰਥ ਪਰ ਵਿਸ਼ੇਸ਼ ਕਰਕੇ ਹਰ ਨਾਸ ਹੋ ਜਾਂਦੇ ਨੇ। ਮੁਕਤੀ ਰੂਪੀ ਸੁੱਖ ਪ੍ਰਲੋਕ ਰੂਪੀ ਘਰ ਟਿਕਾਣੇ ਦੇ ਵਿੱਚ ਸਥਿਤ ਹੋ ਜਾਈਦਾ, ਇਹ ਸੁੱਖ ਪ੍ਰਾਪਤ ਹੋ ਜਾਂਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ। ਮਹਾਰਾਜ ਨੂੰ ਫਿਰ ਪ੍ਰਸ਼ਨ ਕੀਤਾ, ਇਹ ਫਿਰ ਤੁਸੀਂ ਇਸ ਤਰ੍ਹਾਂ ਕਰੋ ਵੀ ਗਾਉਣ ਦਾ ਹੀ ਢੰਗ ਤਰੀਕਾ ਦੱਸ ਦਿਓ ਵੀ ਕਿਵੇਂ। ਲਗਭਗ ਉਹੀ ਪ੍ਰਸ਼ਨ ਫਿਰ ਦੁਹਰਾਏ ਗਏ ਨੇ। ਮਹਾਰਾਜ ਨੇ ਉੱਤਰ ਬਦਲ ਦਿੱਤਾ ਇਹਨਾਂ ਦਾ।
ਗੁਰੂ ਜੀ ਨੇ ਉੱਤਰ ਦਿੱਤਾ, ਗੁਰਮੁਖ ਦਾ ਅਰਥ ਹੈ ਮੁਖੀ ਗੁਰੂ ਸਾਹਿਬ ਜੀ। ਮੁਖ ਜਮਾ ਗੁਰ, ਅਰਥ ਕਰਨ ਵੇਲੇ ਗੁਰਮੁਖ ਗੁਰਸਿੱਖਾਂ ਨੂੰ ਕਹਿੰਦੇ ਨੇ, ਮੁਖੀ ਗੁਰੂ ਸਾਹਿਬ ਨੂੰ ਕਹਿੰਦੇ ਨੇ, ਪਰਮੇਸ਼ਰ ਤੇ ਵੀ ਇਹ ਕਈ ਵਾਰ। ਨਾਦੰ ਨਾਮ ਹੈ ਸ਼ਬਦ ਦਾ, ਉਪਦੇਸ਼ ਦਾ। ਗੁਰੂ ਸਾਹਿਬ ਜਿਹੜਾ ਉਪਦੇਸ਼ ਬਖਸ਼ਦੇ ਨੇ, ਉਸ ਉਪਦੇਸ਼ ਦੁਆਰਾ ਗਾਉਣਾ ਚਾਹੀਦਾ, ਗਾਇਆ ਜਾਂਦਾ ਹੈ, ਗੁਰੂ ਦੇ ਉਪਦੇਸ਼ ਦੁਆਰਾ ਗਾ। ਅਤੇ ਇਸ ਕਰਕੇ ਜਦੋਂ ਇਹ ਮਹਾਰਾਜ ਨੇ ਕਿਹਾ, ਕਹਿੰਦੇ ਜੀ ਉਪਦੇਸ਼ ਤਾਂ ਵੇਦ ਵੀ ਦਿੰਦੇ ਆ, ਗੁਰੂ ਸਾਹਿਬ ਕੋਈ ਵੇਦਾਂ ਤੋਂ ਵੱਡਾ ਉਪਦੇਸ਼ ਦੇਣਗੇ? ਇਹ ਟੇਢਾ ਜਿਹਾ ਪ੍ਰਸ਼ਨ ਸੀ ਕੁਛ ਥੋੜ੍ਹਾ ਜਿਹਾ ਉਹਨਾਂ ਦਾ। ਮਹਾਰਾਜ ਉੱਤੋਂ ਦਾ ਗੁਰਮੁਖ ਨਾਦੰ, ਜਿਹੜਾ ਤੁਸੀਂ ਗੁਰਮੁਖ ਵੇਦੰ, ਪਿਛਲਾ ਸ਼ਬਦ ਹੈ ਨਾ ਗੁਰਮੁਖ ਵੇਦੰ, ਕਹਿੰਦੇ ਸਿੱਧੋ ਗੁਰਮੁਖ ਗੁਰੂ ਸਾਹਿਬ ਜੀ, ਮੁਖੀ ਗੁਰੂ ਸਾਹਿਬ ਜੀ, ਜਾਂ ਇਹ ਕਰੋ ਗੁਰ ਕੀਏ ਸਤਿਗੁਰੂ, ਉਹਦੇ ਮੁਖ ਕੀਏ ਮੂੰਹ ਦੇ ਵਿੱਚ। ਸਾਰੇ ਵੇਦੰ, ਵੇਦ ਤਾਂ ਗੁਰੂ ਦੇ ਮੁਖ ਵਿੱਚ ਵਸਦੇ, ਵੇਦ ਦਾ ਅਰਥ ਗਿਆਨ ਹੈ, ਗਿਆਨ ਗੁਰੂ ਦੇ ਮੁਖ ਵਿੱਚ ਹੈ। ਫਿਰ ਪ੍ਰਸ਼ਨ ਕੀਤਾ, ਕਹਿੰਦੇ ਜੀ ਅਸੀਂ ਤਾਂ ਸੁਣਿਆ ਵੀ ਵੇਦ ਈਸ਼ਵਰ ਦੇ ਮੁਖ ਦੇ ਵਿੱਚ ਨਿਕਲਦੇ ਆ, ਅਤੇ ਤੁਸੀਂ ਗੁਰੂ ਦੇ ਮੂੰਹ ਦੇ ਵਿੱਚ ਕਹਿ ਦਿੱਤੇ, ਸਤਿਗੁਰੂ ਦੇ ਮੁਖ ਵਿੱਚ ਕਿਵੇਂ ਨਾ? ਮਹਾਰਾਜ ਕਹਿੰਦੇ ਸਿੱਧੋ ਮੁਖ, ਮੁਖੀ ਪਰਮੇਸ਼ਰ ਹੈ, ਉਸ ਦੇ ਵਿੱਚ ਗੁਰੂ ਸਤਿਗੁਰੂ ਸਮਾ ਰਿਹਾ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਇਸ ਕਰਕੇ ਪਰਮੇਸ਼ਰ ਅਤੇ ਗੁਰੂ ਆਪਸ ਵਿੱਚ ਅਭੇਦ ਹਨ। ਗੁਰੂ ਅਤੇ ਪਰਮੇਸ਼ਰ ਦੇ ਵਿੱਚ ਭੇਦ ਨਹੀਂ ਹੈ। ਹਰ ਗੁਰਮੂਰਤਿ ਏਕਾ ਵਰਤੈ, ਨਾਨਕ ਹਰ ਗੁਰ ਪਾਇਆ। ਫਿਰ ਪ੍ਰਸ਼ਨ ਕੀਤਾ ਜੀ ਉਹ ਪਰਮੇਸ਼ਰ ਦਾ ਸਰੂਪ ਦੱਸੋ ਕਿਹਾ ਜਾਏ। ਮਹਾਰਾਜ ਉੱਤਰ ਦੇ ਵਿੱਚ ਕਹਿੰਦੇ ਹਨ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਏ। ਸਿੱਧੋ ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ, ਈਸ਼ਰ ਨਾਮ ਹੈ ਸ਼ਿਵ ਜੀ, ਉਹ ਸ਼ਿਵ ਜੀ ਦਾ ਵੀ ਗੁਰੂ ਹੈ। ਗੋਰਖ, ਗੋ ਨਾਮ ਪ੍ਰਿਥਵੀ ਦਾ, ਰੱਖ ਨਾਮ ਰੱਖਿਆ ਕਰਨ ਵਾਲਾ, ਜਿਹੜਾ ਰੋਜੀ ਦੇ ਕੇ ਰੱਖਿਆ ਕਰਦਾ ਹੈ, ਉਹ ਕੀ ਬਣਿਆ? ਵਿਸ਼ਨੂੰ। ਉਹ ਵਿਸ਼ਨੂੰ ਦਾ ਵੀ ਗੁਰੂ ਹੈ। ਬ੍ਰਹਮਾ ਗੁਰ, ਅਤੇ ਉਹ ਬ੍ਰਹਮਾ ਦਾ ਵੀ ਗੁਰੂ ਹੈ। ਅਤੇ ਇਸ ਪ੍ਰਕਾਰ ਵੀ ਪਰਮੇਸ਼ਰ ਵਾਹਿਗੁਰੂ ਜਿਹੜਾ ਨਾ, ਉਹ ਇਹਨਾਂ ਦਾ ਗੁਰੂ ਹੈ। ਅਤੇ ਇਹਨਾਂ ਤੋਂ ਇਲਾਵਾ ਪਾਰਵਤੀ ਮਾਈ, ਅਤੇ ਪਾਰਵਤੀ ਦਾ ਵੀ ਗੁਰੂ ਅਕਾਲ ਪੁਰਖ ਪਰਮੇਸ਼ਰ। ਮਾਂ ਲక్ష్ਮੀ ਦਾ ਨਾਮ ਹੈ, ਈ ਸਰਸਵਤੀ ਦਾ ਨਾਮ ਹੈ। ਮਾਂ ਜਮਾ ਈ ਅਰਥ ਵਾਸਤੇ। ਤੋ ਇਹਨਾਂ ਸਾਰਿਆਂ ਦਾ ਪਰਮੇਸ਼ਰ ਗੁਰੂ ਹੈ। ਇਹ ਮੁਖੀ ਦੇਵਤੇ ਤੇ ਤਿੰਨੇ ਇਹਨਾਂ ਦੀਆਂ ਘਰ ਵਾਲੀਆਂ। ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵ ਮਹੇਸ਼ਰੈ। ਗੁਰੂਰ ਸਾਖਸ਼ਾਤ ਪਰਮਾਏ ਪਾਰ ਬ੍ਰਹਮ ਤਸਮਈ ਸ਼੍ਰੀ ਗੁਰਵੇ ਨਮః। ਭਵਿੱਖਤ ਪੁਰਾਣ ਦੀ ਸੁਰਤੀ ਹੈ। ਤੋ ਇਹਨਾਂ ਸਾਰੇ ਦੇਵਤਿਆਂ ਦਾ ਅਕਾਲ ਪੁਰਖ ਗੁਰੂ ਹੈ, ਉਹਦੇ ਤਾਂ ਹੀ ਸਾਡੀ ਨਮਸਕਾਰ ਹੈ। ਇਹਦੇ ਵਿੱਚ ਵੇ ਨਮಃ ਕਿਹਾ ਹੈ। ਬਾਕੀ ਦੇ ਅਰਥ ਬਾਅਦ ਵਿੱਚ ਹੋਣਗੇ। ਇੱਥੇ ਇੱਕ ਕੁੰਡੀ ਹੈ। ਤੁਹਾਨੂੰ ਕਿਸੇ ਨੂੰ ਵੀ ਜਿਹੜੇ ਸੰਪਰਦਾ ਦੇ ਪਾਠੀਓਂ ਕਿਤੇ ਵੀ ਲੋੜ ਪੈ ਸਕਦੀ ਹੈ। ਇਹ ਇੱਕ ਵਿਸਰਾਮ ਐਸਾ ਹੈ, ਇਹਦੀ ਬਹੁਤ ਲੋੜ ਹੈ। ਕੀ ਹੈ? ਕੁਝ ਟੀਕਾਕਾਰਾਂ ਨੇ ਗੁਰ ਪਾਰਵਤੀ ਮਾਈ, ਗੁਰ ਜਿਹੜਾ ਨਾ ਉਹ ਬ੍ਰਹਮਾ ਤੋਂ ਤੋੜ ਕੇ ਅੱਗੇ ਲੈ ਗਏ ਨੇ, ਗੁਰ ਪਾਰਵਤੀ ਮਾਈ 'ਤੇ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਪਰਦਾ ਜਿੱਥੋਂ ਉਹਨਾਂ ਨੇ ਅਰਥਾਂ ਦੀ ਪ੍ਰਣਾਲੀ ਚੱਲੀ, ਉਹਦੇ 'ਚ ਤਾਂ ਅੱਜ ਤੱਕ ਇਹੀ ਹੈ। ਜਦੋਂ ਅਸੀਂ ਕਹਾਂਗੇ, ਉਹ ਸਵਾਲ ਕਰਦੇ ਵੀ ਤੁਸੀਂ ਵਿਸਰਾਮ ਇੱਥੇ ਕਿਉਂ ਲਾਉਂਦੇ ਹੋ? ਗੁਰ ਪਾਰਵਤੀ ਕਿਉਂ ਨਹੀਂ? ਇਹਦਾ ਮਤਲਬ ਤੁਸੀਂ ਬੀਬੀਆਂ ਦੇ ਨਾਲ ਦਵੈਸ਼ ਕਰਦੇ ਹੋ ਵੀ ਇਸਤਰੀ ਗੁਰੂ ਨਹੀਂ ਹੋ ਸਕਦੀ। ਲੋ ਜੀ ਆਪਾਂ ਇਹੀ ਗੱਲ ਲੈ ਲਈਏ, ਬੱਚਿਆਂ ਵਾਲਾ ਸਵਾਲ, ਅਤੇ ਬੱਚਿਆਂ ਵਾਲਾ ਹੀ ਇਹਦਾ ਉੱਤਰ ਹੈ। ਉਹਨੂੰ ਕਹੇ ਵੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਘਰ ਦੇ ਵਿੱਚ ਕੋਈ ਬੀਬੀ ਨਹੀਂ ਸੀ। ਭੈਣ ਨਾਨਕੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਗੁਜਰ ਕੌਰ ਜਾਂ ਤਿੰਨੇ ਮਾਤਾ ਮਹਿਲ, ਉਹ ਗੁਰਤਾ ਗੱਦੀ 'ਤੇ ਕਿਸੇ ਵੀ ਇੱਕ ਵੀ ਬੀਬੀ ਨੂੰ ਕੋਈ ਨਹੀਂ ਬਿਠਾ ਦਿੱਤਾ। ਫਿਰ ਦਵੈਸ਼ ਨਹੀਂ, ਕੋਈ ਮਰਿਆਦਾ ਹੈ। ਚਲੋ ਅਸੀਂ, ਇਹ ਤਾਂ ਹੈ ਬੱਚਿਆਂ ਵਾਲਾ ਸਵਾਲ ਜਵਾਬ। ਇਹਨੂੰ ਜੇ ਪੜ੍ਹਿਆਂ ਲਿਖਿਆਂ ਵਾਲਾ ਜਵਾਬ ਦੇਣਾ, ਇਹ ਵੀ ਇਹਦੇ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਪਊਗੀ।
ਸਿੱਧ ਕਰਨ ਵਾਸਤੇ। ਜਦੋਂ ਅਸੀਂ ਕਹਾਂਗੇ ਵੀ ਅਸੀਂ ਵਿਸਰਾਮ ਇੱਥੇ ਤਾਂ ਲਾਉਂਦੇ ਹਾਂ ਜੇ ਸਾਡੇ ਵੱਡੇ ਲਾਉਂਦੇ ਆਏ ਹੈ, ਤੁਹਾਡੀ ਤਾਂ ਭਾਵਨਾ ਠੀਕ ਹੈ। ਹੁਣ ਜਿਹੜਾ ਸਵਾਲ ਕਰਨਾ ਉਹ ਕਹਿੰਦਾ ਵੱਡੇ ਹੋਣਗੇ ਤੁਹਾਡੇ ਹੋਣਗੇ, ਮੇਰੇ ਤਾਂ ਨਹੀਂ ਹੈ, ਸਾਰੇ ਪੰਥ ਦੇ ਤਾਂ ਨਹੀਂ ਵੱਡੇ, ਤੁਹਾਡੇ ਮਹਾਤਮਾ ਹੋਣਗੇ ਤੁਹਾਡੇ ਲਈ ਵੱਡੇ, ਸਿੱਧ ਕਰੋ ਕਿਤੇ। ਉੱਤਰ ਐਸਾ ਦਿਓ ਜਿਹੋ ਜਿਹੇ ਉੱਤਰ ਗੁਰੂ ਨਾਨਕ ਦਿੰਦੇ ਆ ਰਹੇ ਆ। ਇਹਦਾ ਅਹਿਸਾਸ ਜੀ ਉੱਤਰ ਇਹ ਹੈ, ਇੱਕ ਚੀਜ਼ ਨੂੰ ਸਿੱਧ ਕਰਨ ਵਾਸਤੇ ਨਾ ਬਹੁਤ ਕੁਛ ਮਿਹਨਤ ਕਰਨ ਦੀ ਲੋੜ ਹੈ। ਮਹਾਰਾਜਾ ਉਦੇ ਸਿੰਘ ਦੇ ਵੇਲੇ ਇਹ ਕੈਂਥਲ ਵਾਲਾ ਮਹਾਰਾਜਾ ਹੋਇਆ ਜਿਹਦੇ ਕੋਲ ਸੂਰਜ ਪ੍ਰਕਾਸ਼ ਲਿਖਿਆ ਭਾਈ ਸੰਤੋਖ ਸਿੰਘ ਸਾਹਿਬ ਨੇ। ਉਹ ਜੇ ਸੂਰਜ ਪ੍ਰਕਾਸ਼ ਦੀ ਰਚਨਾ ਕਰਦੇ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਵੇਲੇ ਪੰਜਾਬ ਦੇ ਵਿੱਚ। ਤੇ ਇੱਕ ਆਨੰਦ ਕਾਨ ਸਾਧੂ ਹੋਇਆ, ਉਸ ਨੇ ਟੀਕਾ ਲਿਖਿਆ ਜਪਜੀ ਸਾਹਿਬ ਦਾ। ਇਹ ਪਹਿਲਾ ਟੀਕਾ ਸੀ ਜਪਜੀ ਸਾਹਿਬ ਦਾ। ਐਡੀ ਮਨਮਤ ਘੋਟੀ ਉਸ ਨੇ, ਉਹਨੇ ਟੀਕੇ ਦੇ ਵਿੱਚ ਹੀ ਖੰਡਨ ਮੰਡਨ ਗੁਰੂ ਨਾਨਕ ਨੂੰ ਇੰਨਾ ਨੀਵਾਂ ਦਿਖਾ ਦਿੱਤਾ। ਉਹ ਲਿਖਦਾ ਕਿ ਗੁਰੂ ਨਾਨਕ ਕੇ 6 ਗੁਰੂ ਥੇ। ਕਿਹੜੇ ਕਿਹੜੇ? ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇ ਤਿੰਨੇ ਇਹਨਾਂ ਦੀਆਂ ਘਰ ਵਾਲੀਆਂ, 6 ਬਣਾਤੇ ਗੁਰੂ, ਕਿ ਗੁਰੂ ਨਾਨਕ 6 ਗੁਰੂ। ਫਿਰ ਉਹ ਲਿਖਦਾ ਹੈ ਕਿ ਗੁਰੂ ਨਾਨਕ ਪੜ੍ਹੇ ਲਿਖੇ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਜਪਜੀ ਮੇਂ ਕੋਈ ਅਲੰਕਾਰ ਨਹੀਂ ਰੱਖਾ। ਇਸ ਦੇ ਵਿੱਚ ਕੋਈ ਅਲੰਕਾਰ ਨਹੀਂ। ਉਸ ਵੇਲੇ ਦੇ ਜਿਹੜੇ ਰਾਜਨੀਤਿਕ ਲੋਕ ਸੀ ਉਹ ਅੱਜ ਵਰਗੇ ਨਹੀਂ ਸੀ ਖਾਲਸਾ ਜੀ, ਉਹ ਜਾਗਰਤ ਸੀ। ਭਾਈ ਤਲੋਕੇ ਦੀ ਵੰਸ਼ ਦੇ ਵਿੱਚੋਂ ਸੀ ਇਹ ਮਹਾਰਾਜਾ ਕੈਂਥਨ ਹੋਇਆ, ਫੂਲਦਿਆਂ ਦੀ ਵੰਸ਼ ਦੀ ਚੋਂ ਪਟਿਆਲੇ ਵਾਲੇ ਨੇ। ਇਹ ਤਾਂ ਸਿੱਖੀ ਦਾ ਪ੍ਰਚਾਰ ਕਰਦੇ ਸੀ ਜਿਵੇਂ ਅਸ਼ੋਕ ਰਾਜੇ ਨੇ ਕਰਿਆ। ਤੇ ਮਹਾਰਾਜ ਦੇ ਕੋਲ ਉਹ ਆਇਆ ਤਾਂ ਹੱਥ ਲਿਖ ਸੀ, ਅੱਗ ਲੱਗ ਗਈ ਹਿਰਦੇ ਨੂੰ। ਉਹ ਲੈ ਕੇ ਭਾਈ ਸਾਹਿਬ ਦੇ ਕੋਲ ਗਏ। ਭਾਈ ਸੰਤੋਖ ਸਿੰਘ ਨੂੰ ਕਹਿੰਦੇ, ਭਾਈ ਸੰਤੋਖ ਸਿੰਘ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਸੂਰਜ ਪ੍ਰਕਾਸ਼ ਤਾਂ ਇੱਥੇ ਹੀ ਛੱਡ ਦੇ, ਹਾਲੇ ਬਾਅਦ 'ਚ ਲਿਖ ਲਈ। ਤੇਰੇ ਕਰਨ ਵਾਲਾ ਕੰਮ ਹੈ, ਸਾਡੇ ਕਰਨ ਵਾਲਾ ਹੈ ਨਹੀਂ। ਅੱਜ ਪੰਥ ਦੇ ਵਿੱਚ ਤੇਰੇ ਵਰਗਾ ਵਿਦਵਾਨ ਕੋਈ ਨਹੀਂ। ਭਾਈ ਸੰਤੋਖ ਸਿੰਘ ਤੇ ਇਹਦਾ ਜਵਾਬ ਦੇ ਜਿਹੜੇ ਤਰੀਕੇ ਨਾਲ ਦੇ ਸਕਦੇ। ਤੇ ਮਹਾਰਾਜਾ ਕਹਿੰਦਾ ਵੀ ਖਰਚ ਮੈਂ ਕਰਨਾ, ਤੂੰ ਜਪਜੀ ਦਾ ਟੀਕਾ ਕਰ ਦੇ। ਤੇ ਭਾਈ ਸਾਹਿਬ ਨੇ ਫਿਰ ਟੀਕਾ ਕੀਤਾ। ਗਰਬ ਨਾ ਹੁੰਦਾ ਹੰਕਾਰ ਦਾ, ਗੰਜਨ ਨਾਮੇ ਤੋੜਨ ਦਾ। ਆਨੰਦ ਕਨ ਸਾਧੂ ਦਾ ਗਰਬ ਤੋੜਨ ਦੇ ਵਾਸਤੇ ਭਾਈ ਸਾਹਿਬ ਨੇ ਆਪਣੇ ਟੀਕੇ ਦਾ ਨਾਮ ਰੱਖਿਆ ਗਰਬ ਗੰਜਨੀ ਟੀਕਾ, ਜਪਜੀ ਦਾ ਟੀਕਾ ਹੈ। ਤੇ ਅੱਜ ਦੇ ਵਿਦਵਾਨ ਕਹਾਉਣ ਵਾਲੇ ਇਸ ਟੀਕੇ ਨੂੰ ਪੜ੍ਹ ਕੇ ਵੀ ਨਹੀਂ ਸਮਝ ਸਕਦੇ। ਉਹਦੇ ਵਿੱਚ ਫਿਰ ਭਾਈ ਸਾਹਿਬ ਨੇ ਕਿਹਾ ਕਿ ਆਨੰਦ ਕਨ ਤੂੰ ਕਹਿੰਦਾ ਜਪਜੀ ਮੇਂ ਕੋਈ ਅਲੰਕਾਰ ਨਹੀਂ, ਜਪਜੀ ਦੇ ਵਿੱਚ 83-84 ਅਲੰਕਾਰ ਸਿੱਧ ਕਰ ਦਿੱਤੇ ਭਾਈ ਸਾਹਿਬ ਨੇ। ਉਹਨਾਂ ਦੀ ਇੱਕ ਕੜੀ ਹੈ ਇੱਥੇ। ਤਾਂ ਭਾਈ ਸਾਹਿਬ ਨੇ ਕਿਹਾ ਇਸ ਦੇ ਵਿੱਚ ਜਿਹੜੀ ਆਹ ਤੁਕ ਹੈ ਗੁਰ ਈਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜਦੋਂ ਇਹਦਾ ਟੀਕਾ ਕਰਦੇ ਸੀ ਭਾਈ ਸਾਹਿਬ, ਕਿਉਂਕਿ ਜਦੋਂ ਪੜ੍ਹੋਗੇ ਤੁਹਾਨੂੰ ਆਪ ਗਿਆਨ ਹੋਊਗਾ ਵੀ ਉਹਦੇ 'ਚ ਸਾਰਾ ਕੁਛ ਹੀ ਲਿਖਿਆ। ਉਹਦੇ 'ਚ ਉਹਨੇ ਕਿਹਾ ਵੀ ਇੱਥੇ 3 ਅਲੰਕਾਰ, ਇਸ ਪੌੜੀ 'ਚ 3 ਅਲੰਕਾਰ ਵਰਤੇ ਨੇ 83 ਦੇ ਵਿੱਚੋਂ 84 'ਚੋਂ। ਕਿਹੜਾ? ਉਹ ਕਹਿੰਦੇ ਸੰਖਿਆਵਾਚਕ ਅਲੰਕਾਰ ਹੈ ਇੱਥੇ, ਸੰਖਿਆਵਾਚਕ ਅਲੰਕਾਰ। ਤੇ ਦੂਸਰੇ ਜਿਹੜੇ ਅਲੰਕਾਰ ਉਹਨੂੰ ਮਾਲੋਪੰ ਅਲੰਕਾਰ ਕਹਿੰਦੇ। ਤੇ ਤੀਸਰਾ ਰੂਪਕ ਅਲੰਕਾਰ। 3 ਵਰਤੇ ਨੇ। ਤੁਹਾਡੇ ਸਾਰਿਆਂ ਦੇ ਭਾਵੇਂ ਇਹ ਗੱਲਾਂ ਨਹੀਂ ਸਮਝ ਆਉਣ ਵਾਲੀਆਂ, ਅੱਜ ਨਹੀਂ ਕੱਲ੍ਹ ਆ ਜਾਣਗੀਆਂ। ਉਹਦੇ 'ਚ ਕੀ ਹੈ? ਸੰਖਿਆਵਾਚਕ ਅਲੰਕਾਰ ਪਿੰਗਲ ਦੇ ਅਨੁਸਾਰ, ਪਿੰਗਲ ਤੋਂ ਬਿਨਾਂ ਕਵਿਤਾ ਨਹੀਂ ਬਣਦੀ, ਵਿਆਕਰਨ ਤੋਂ ਬਿਨਾਂ ਸੁਧਾਈ ਨਹੀਂ ਹੁੰਦੀ। ਤੇ ਉਹ ਕਹਿੰਦੇ ਨੇ ਜੀ ਵਿਆਕਰਨ ਦੇ ਅਨੁਸਾਰ ਸਾਡੇ ਵਿਦਵਾਨ ਨੇ ਟੀਕੇ ਦਾ ਇੱਥੇ ਲਾਇਆ, ਉਹਨੂੰ ਆਪਣਾ ਪਿਓ ਮੰਨ ਕੇ ਉਸੇ ਦੇ ਮਗਰ ਲੱਗ ਕੇ ਕਹਿੰਦੇ ਨੇ ਇਹੀ ਸਹੀ ਹੈ। ਪਰ ਟੀਕਾਕਾਰ ਨੇ ਇੱਥੇ ਸੰਖਿਆਵਾਚਕ ਅਲੰਕਾਰ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ, ਜਾਂ ਉਹਨੇ ਪੜ੍ਹਿਆ ਹੀ ਨਹੀਂ ਸੀ ਵੀ ਇਹ ਅਲੰਕਾਰ ਹੁੰਦਾ ਹੈ, ਤਾਂ ਗਲਤੀ ਕੀਤੀ ਹੈ। ਸੰਖਿਆਵਾਚਕ ਅਲੰਕਾਰ ਉਹ ਹੁੰਦਾ ਹੈ ਜਿਹਦੇ 'ਚ ਪਹਿਲੀ ਤੁਕ ਵਿੱਚ ਆਈ ਹੋਈ ਨਾਮਾਂ ਦੀ ਗਿਣਤੀ ਅਗਲੀ ਤੁਕ ਦੇ ਨਾਲ ਸੰਬੰਧਿਤ ਪਦਾਰਥਾਂ ਨੂੰ ਕਰਮਵਾਰ ਸਿਲਸਿਲਾ ਨਾਲ ਜੋੜਨਾ। ਤੇ ਜਿਸ ਤਰ੍ਹਾਂ ਇਸ ਉਪਰੋਕਤ ਤੁਕ ਦੇ ਵਿੱਚ ਗੁਰ ਈਸ਼ਰ ਸ਼ਿਵ ਜੀ ਦੇ ਨਾਲ ਪਾਰਵਤੀ ਨੂੰ ਜੋੜਨਾ, ਤੇ ਵਿਸ਼ਨੂੰ ਜੀ ਦੇ ਨਾਲ ਲక్ష్ਮੀ ਨੂੰ ਜੋੜਨਾ, ਬ੍ਰਹਮਾ ਜੀ ਦੇ ਨਾਲ ਸਰਸਤੀ ਨੂੰ ਜੋੜਨਾ। ਸਰਸਤੀ ਉਹਦੀ ਬੇਟੀ ਵੀ ਹੈ ਤੇ ਸਰਸਤੀ ਉਹਦੇ ਇੱਕ ਘਰ ਵਾਲੀ ਸੀ।
ਬੇਟੀ ਦਾ ਤੇ ਘਰਵਾਲੀ ਦਾ ਦੋਨਾਂ ਦਾ ਨਾਮ ਸਰਸਤੀ ਸੀ, ਪਰ ਹੈ ਦੋ ਅਲੱਗ-ਅਲੱਗ। ਤੋ ਇਸ ਕਰਕੇ ਇਹ ਕਰਮਵਾਰ ਨਾਲ ਜੋੜਨਾ ਹੈ। ਇਹ ਸੰਖਿਆਵਾਚਕ ਅਲੰਕਾਰ ਦੇ ਵਿੱਚ ਇਹ ਰੀਤੀ ਹੈ। ਇਹਦੇ 'ਚ ਉਹ ਕਹਿਣਗੇ ਜੀ ਕੋਈ ਪ੍ਰਮਾਣ ਦਿਓ, ਸਿੱਧ ਕਰੋ। ਲਓ ਹੁਣ ਸਿੱਧ ਕਰਨ ਵਾਸਤੇ ਭਾਈ ਗੁਰਦਾਸ ਸਾਹਿਬ ਤੋਂ ਵੱਡੀ ਗੱਲ ਕੋਈ ਨਹੀਂ। ਪਰ ਤੇਰਾ ਦੀਰਘ ਸਮਾਨ ਲਗ ਜਾਵ ਦੇਖ, ਜਾਨਣੀ ਭਗਨੀ ਸੁਤਾ ਰੂਪ ਕਹਿ ਨਿਹਾਰੀਐ। ਭਾਈ ਸਾਹਿਬ ਦੀ ਤੁਕ ਹੈ ਅੱਧੀ ਤੁਕ ਦੇ ਵਿੱਚ, ਪਰ ਤੇਰਾ ਦੀਰਘ ਸਮਾਨ ਲਗ ਜਾਵ ਦੇਖ। ਪਰਾਈ ਇਸਤਰੀ ਦੀਰਘ ਵੱਡੀ, ਸਮਾਨ ਬਰਾਬਰ ਦੀ, ਲਗ ਛੋਟੀ, ਜਾਪ ਦੇ ਕਿ ਜਿੰਨੀਆਂ ਵੀ ਔਰਤਾਂ ਪੂਰੇ ਸੰਸਾਰ ਦੀਆਂ ਮੇਰੇ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਮਰਜ਼ਾਦਾ ਹੈ। ਜਾਨਣੀ ਭਗਨੀ ਸੋਤਾ ਰੂਪ ਕਹਿ ਨਿਹਾਰੀ ਹੈ। ਹੁਣ ਦੀਰਘ ਦੇ ਨਾਲ ਜਨਨੀ ਲਾਉਣੀ ਹੈ। ਜਨਨੀ ਕੌਣ? ਮਾਤਾ। ਮਾਤਾ ਵੱਡੀ ਹੁੰਦੀ ਹੈ। ਸਮਾਨ ਬਰਾਬਰ ਦੀ ਕੌਣ ਹੁੰਦੀ ਹੈ? ਭੈਣ। ਜਿਹੜੀਆਂ ਬਰਾਬਰ ਦੀਆਂ ਉਹਨਾਂ ਨੂੰ ਭੈਣਾਂ ਸਮਝਣਾ, ਜਿਹੜੀਆਂ ਵੱਡੀਆਂ ਉਹਨਾਂ ਨੂੰ ਮਾਂ ਸਮਝਣਾ। ਲਗ ਛੋਟੀਆਂ ਨੂੰ ਸੁਤਾ ਧੀਆਂ ਸਮਝਣਾ। ਹੁਣ ਅਗਲੀ ਤੁਕ ਦੇ ਵਿੱਚ ਜਿਹੜੇ ਪਦ ਪਏ ਨੇ ਉਹ ਪਹਿਲੀ ਦੇ ਨਾਲ ਜੋੜਨੇ। ਇਹਨੂੰ ਕਹਿੰਦੇ ਸੰਖਿਆਵਾਚਕ ਅਲੰਕਾਰ। ਭਾਈ ਸੰਤੋਖ ਸਿੰਘ ਨੇ ਵਰਤਿਆ। ਤੋ ਇਸ ਕਰਕੇ ਜੇ ਹੁਣ ਇਸ ਨੂੰ ਤੁਕ ਨੂੰ ਅੱਗੇ ਲਿਜਾ ਜਾ, ਬਰਮਾ ਗੁਰ ਨੂੰ ਛੱਡ ਕੇ ਵਿਸਰਾਮ ਜਿੱਥੇ ਸਹੀ ਹੈ, ਇਸ ਕਰਕੇ ਸਹੀ ਹੈ ਵੀ ਅਲੰਕਾਰ ਸਪਸ਼ਟ ਕਰਦਾ ਕਿ ਬਰਮਾ ਗੁਰ ਤੇ ਹੀ ਵਿਸਰਾਮ ਲੱਗ ਕੇ ਸਪਸ਼ਟ ਹੁੰਦਾ ਹੈ। ਜੇ ਵਿਸਰਾਮ ਬਰਮਾ ਤੋਂ ਚੱਕ ਕੇ ਗੁਰਪਦ ਨੂੰ ਅੱਗੇ ਪਾਰਵਤੀ ਨਾਲ ਲਾ ਦਿੱਤਾ ਤਾਂ ਸੰਖਿਆਵਾਚਕ ਅਲੰਕਾਰ ਦਾ ਸਿਲਸਿਲਾ ਸਾਰਾ ਹੀ ਵਿਗੜ ਗਿਆ। ਉਹ ਫਿਰ ਠੀਕ ਨਹੀਂ ਆਏਗਾ। ਤੋ ਇਸ ਕਰਕੇ ਨਾ ਪਾਰਵਤੀ ਦੇ ਨਾਲ ਰਕਾਉਣ ਕੇ ਸੰਖਿਆਵਾਚਕ ਕੇ ਉਹਦੀ ਸਾਰੀ ਲੜੀ ਟੁੱਟਦੀ ਹੈ ਤੇ ਬਰਮਾ ਗੁਰ ਤੇ ਹੀ ਵਿਸਰਾਮ ਰਹੇਗਾ। ਦੂਸਰੀ ਬਾਤ, ਦੂਸਰਾ ਅਲੰਕਾਰ ਇਹਦੇ 'ਚ ਹੈ ਮਾਲੋਪੰ ਅਲੰਕਾਰ। ਇਹ ਉਪਮੇਯ ਤੇ ਉਪਮਾਨ ਦੋ ਸ਼ਬਦ ਹੁੰਦੇ ਨੇ। ਮਾਲੋਪ ਅਲੰਕਾਰ ਕਹਿੰਦਾ ਹੁੰਦਾ ਹੈ ਉਪਮੇਯ ਇੱਕ ਬਹੁ ਉਪਮਾਨ, ਸੋ ਮਾਲੋਪਮੰ ਲਖੋ ਸੁਜਾਨ। ਇਹ ਵੀ ਗਰੁਗੰਜਨੀ ਟੀਕੇ 'ਚ ਹੈ। ਕਹਿੰਦੇ ਜਿੱਥੇ ਉਪਮੇਯ ਇੱਕ, ਇਸ ਤੁਕ ਦੇ ਵਿੱਚ ਗੁਰਪਦ ਜਿਹੜਾ ਉਪਮੇਯ ਰੂਪ ਹੈ। ਉਪਮੇਯ ਤਾਂ ਹੋਵੇ ਇੱਕ, ਉਪਮਾਨ ਹੋਣ ਬਹੁਤੇ। ਹੁਣ ਉਪਮਾ ਚਾਰ ਕਈਆਂ ਕਿਹੜੀਆਂ? ਬਰਮਾ, ਪਾਰਵਤੀ, ਲక్ష్ਮੀ, ਸਰਸਤੀ। ਗੁਰਪਦ ਬਰਮਾ ਦੇ ਨਾਲ ਇੱਕ ਵਾਰੀ ਆ ਗਿਆ। ਪਹਿਲੇ ਛੱਡ ਦੇ ਗੁਰੂ ਈਸ਼ਰ ਗੁਰੂ ਗੋਰਖ, ਉਹਦੀ ਨਹੀਂ ਗੱਲ ਕਰਦਾ। ਗੁਰੂ ਈਸ਼ਰ ਗੁਰੂ ਗੋਰਖ, ਬਰਮਾ, ਗੁਰ। ਹੁਣ ਇਸ ਤੋਂ ਅੱਗੇ ਤਿੰਨ ਜਿਹੜੇ ਹੋਰ ਨੇ ਉਹਨਾਂ ਦੇ ਨਾਲ ਇਹੀ ਗੁਰਪਦ ਲੱਗੂਗਾ। ਇਹ ਮਾਲੋਪੰ ਅਲੰਕਾਰ ਕਹਿੰਦੇ। ਉਪਮੇਯ ਇੱਕ ਬਹੁ ਉਪਮਾਨ, ਸੋ ਮਾਲੋਪਮ ਲਖੋ ਸੁਜਾਨ। ਤੇ ਦੂਸਰੀ ਬਾਤ ਇਹ ਹੈ ਕਿ ਜਿਹੜਾ ਜਿਸ ਤਰ੍ਹਾਂ ਮਾਂ ਆਪਣੇ ਪੁੱਤ ਨੂੰ, ਉਪਮੇਯ ਤੇ ਉਪਮਾਨ ਜਿਹੜੇ ਦੋ ਸ਼ਬਦ ਨੇ, ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ ਮੇਰਾ ਪੁੱਤ ਚੰਦ ਵਰਗਾ ਹੈ। ਚੰਦ ਦੀ ਉਪਮਾ ਜਿਹੜੀ ਹੈ ਉਹ ਆਪਣੇ ਪੁੱਤ ਦੇ ਮੂੰਹ ਨੂੰ ਦਿੱਤੀ ਹੈ ਉਹਨੇ। ਤੋ ਇਸ ਕਰਕੇ ਇਹ ਉਪਮੇਯ ਤੇ ਉਪਮਾਨ। ਤੇ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਵੀ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇੱਥੇ ਜਿਹੜਾ ਵਿਸਰਾਮ ਜਿਹੜਾ ਹੈ ਸੰਪਰਦਾ ਦੇ ਵਿੱਚ ਐਵੇਂ ਨਹੀਂ ਲਾਇਆ ਜਾਂਦਾ। ਇਹ ਵਿਸਰਾਮ ਕਿਸੇ ਦੇ ਕਹਿਣ ਤੋਂ ਕਿਤੇ ਬਦਲਣ ਦੀ ਲੋੜ ਨਹੀਂ। ਇਹ ਬਿਲਕੁਲ ਸਹੀ ਇਸੇ ਥਾਂ 'ਤੇ ਹੈ। ਤੇ ਹੁਣ ਰਹੀ ਗੁਰੂ ਸਾਹਿਬ ਦੀ। ਸਿੱਧਾ ਨੇ ਪ੍ਰਸ਼ਨ ਕੀਤਾ ਵੀ ਤੁਸੀਂ ਵਾਹਿਗੁਰੂ ਤੋਂ ਹੇਠਾਂ ਜਿਹੜੇ ਦੇਵਤੇ ਬੜੇ ਸਤਿਕਾਰਯੋਗ ਸੀ। ਇਹ ਤਾਂ ਦੇਖੋ ਪ੍ਰਸ਼ਨ ਕਿੱਥੋਂ ਕਿੱਥੋਂ ਕੱਢਦੇ। ਤੁਸੀਂ ਗੁਰੂ ਨੂੰ ਕਹਿ ਦਿੱਤਾ ਵੀ ਉਹ ਬਰਮਾ ਵਰਗਾ, ਸ਼ਿਵ ਜੀ ਵਰਗਾ, ਪਾਰਵਤੀ ਸਾਰਿਆਂ ਜੋਗ ਕਰਤਾ। ਇਸ ਦਾ ਮਤਲਬ ਇਹ ਹੋਇਆ ਹੁਣ ਸਿੱਧ ਨੇ ਜਿਹੜੇ ਇਹਨਾਂ ਦੀ ਪੂਜਾ ਕਰਦੇ, ਤਲਖੀ ਤਾਂ ਆਉਣੀ ਸੀ ਸਿੱਧਾਂ ਨੂੰ। ਉਹ ਕਹਿੰਦੇ ਵੀ ਤੁਸੀਂ ਇਹ ਸਾਰਾ ਕਹਿਤਾ ਵੀ ਬਰਮਾ, ਵਿਸ਼ਨੂੰ, ਸ਼ਿਵ ਜੀ ਇਹਨਾਂ ਦੀਆਂ ਸ਼ਕਤੀਆਂ ਸਾਰੀਆਂ, ਤੇ ਇਹਨਾਂ ਨੂੰ ਫਿਰ ਇਹਦਾ ਮਤਲਬ ਤਾਂ ਸਿੱਧਾ ਹੈ ਵੀ ਇਹ ਤਪਾ ਜੀ ਤੁਸੀਂ ਮੰਨਦੇ ਨਹੀਂ ਹੋ ਇਹਨਾਂ ਨੂੰ। ਮਹਾਰਾਜ ਕਹਿੰਦੇ ਦੇਖ ਗੱਲ ਇਹ ਸਿੱਧੋ, ਮੈਂ ਨਾ ਤਾਂ ਇਹਨਾਂ ਦਾ ਖੰਡਨ ਕਰਿਆ, ਨਾ ਮੈਂ ਇਹਨਾਂ ਦਾ ਪੁਜਾਰੀ ਹਾਂ, ਪਰ ਮੇਰਾ ਗੁਰੂ ਕਿਹਾ ਜਾ ਮੈਂ ਤੁਹਾਨੂੰ ਉਹ ਦੱਸਦਾ। ਤੁਹਾਡੀ ਭਾਵਨਾ ਪੂਰੀ ਹੋ ਜੂ ਕਿ ਮੇਰੇ ਲਈ ਗੁਰੂ ਹੀ ਸ਼ਿਵ ਦਾ ਰੂਪ ਹੈ, ਮੇਰੇ ਲਈ ਗੁਰੂ ਹੀ ਬ੍ਰਹਮਾ ਦਾ ਰੂਪ ਹੈ, ਮੇਰੇ ਲਈ ਗੁਰੂ ਹੀ ਵਿਸ਼ਨੂੰ ਦਾ ਰੂਪ ਹੈ, ਅਤੇ ਪਾਰਵਤੀ, ਲక్ష్ਮੀ ਦਾ, ਸਾਰਿਆਂ ਦਾ ਇਸ ਗੁਰੂ ਸਾਹਿਬ ਦੀ ਸ਼ਿਵ ਦੀ ਨਿਆਈ। ਉਹ ਕਿਵੇਂ?
ਕਹਿੰਦੇ ਲਓ ਸੁਣੋ, ਜਿਹੜਾ ਸ਼ਿਵ ਜੀ ਹੈ ਸੰਸਾਰ ਦਾ ਸੰਘਾਰ ਕਰਦੇ ਨੇ, ਇਹ ਤਾਂ ਨਹੀਂ ਤੁਸੀਂ ਮੁੱਕਰ ਸਕਦੇ, ਜੀਵਾਂ ਦਾ ਨਾਸ਼ ਕਰਦਾ। ਉਹ ਕਹਿੰਦੇ ਹਾਂ। ਇਸੇ ਤਰ੍ਹਾਂ ਗੁਰੂ ਸਾਹਿਬ ਸਿੱਖ ਦੇ ਹਿਰਦੇ ਦੇ ਵਿੱਚੋਂ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਸ਼ਿਵ ਜੀ ਤਾਂ ਜੀਵਾਂ ਨੂੰ ਮਾਰਦਾ ਤੇ ਇਹ ਕਾਮ ਕ੍ਰੋਧ ਆਦਿਕ ਹਿਰਦੇ ਦੇ ਵਿੱਚੋਂ ਸਿੱਖ ਦੇ ਮਾਰਦੇ, ਕਰਕੇ ਸਾਡੇ ਲਈ ਸ਼ਿਵ ਜੀ ਦਾ ਰੂਪ ਗੁਰੂ ਗੋਰਖ। ਗੁਰੂ ਸਾਹਿਬ ਜੀ ਗੋ ਪ੍ਰਿਥਵੀ ਦੀ ਰੱਖ ਰੱਖਿਆ ਕਰਨ ਵਾਲਾ ਵਿਸ਼ਨੂੰ ਹੈ, ਉਹਦੀ ਨਿਆਇਨ ਵਿਸ਼ਨੂੰ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ। ਅਤੇ ਗੁਰੂ ਸਾਹਿਬ ਜੀ ਸਿੱਖ ਨੂੰ ਉਪਦੇਸ਼ ਦੇ ਕੇ ਉਹਦੇ ਹਿਰਦੇ ਦੇ ਵਿੱਚ ਸਤ ਸੰਤੋਖ ਸ੍ਰੇਸ਼ਟ ਗੁਣਾਂ ਦੀ ਪਾਲਣਾ ਕਰਦੇ ਨੇ। ਇਸ ਲਈ ਗੁਰੂ ਸਾਹਿਬ ਵਿਸ਼ਨੂੰ ਦੀ ਨਿਆਈ। ਬ੍ਰਹਮਾ ਗੁਰੂ ਸਾਹਿਬ ਜੀ ਬ੍ਰਹਮਾ ਦੀ ਨਿਆਈ ਕਿਵੇਂ ਨੇ? ਬ੍ਰਹਮਾ ਜੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਉਸੇ ਪ੍ਰਕਾਰ ਗੁਰੂ ਸਾਹਿਬ ਸਿੱਖ ਦੇ ਹਿਰਦੇ 'ਚ ਬੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਸਰਵਣ ਮੰਨਣ ਅਧਿਆਸਨ ਆਦਿਕ ਸਾਰੇ ਜਿਹੜੇ ਗੁਣ ਇਹਨਾਂ ਦੀ ਰਚਨਾ ਕਰਦੇ ਆ, ਪੈਦਾ ਕਰਦੇ ਆ। ਇਸ ਕਰਕੇ ਬ੍ਰਹਮਾ ਦੀ ਨਿਆਈ। ਕਹਿੰਦੇ ਜੀ ਪਾਰਵਤੀ ਦੀ ਨਿਆਈ ਕਿਵੇਂ ਹੈ? ਮਹਾਰਾਜ ਕਹਿੰਦੇ ਪਾਰਵਤੀ ਦੀ ਨਿਆਈ ਇਸ ਕਰਕੇ ਨੇ ਵੀ ਉਹਦਾ ਨਿਸ਼ਚਾ ਅਡੋਲ ਸੀ। ਸਤਿਗੁਰੂ ਸਿੱਖ ਨੂੰ ਅਡੋਲ ਨਿਸ਼ਚਾ ਦਿੰਦੇ ਨੇ। ਪਾਰਵਤੀ ਦੀ ਨਿਆਈ ਇਸ ਕਰਕੇ ਉਹ ਪਾਰਵਤੀ ਦਾ ਜਿਹੜਾ ਹੈ ਤਾਂ ਪੁਰਾਣਕ ਢੰਗ ਉਹਨੂੰ ਆਪਾਂ ਛੋਟੇ ਰੂਪ 'ਚ ਕਹਿ ਦਿੰਦੇ ਹਾਂ। ਪਹਿਲੇ ਜਨਮ ਦੇ ਵਿੱਚ ਇਹਦਾ ਨਾਮ ਸਤੀ ਸੀ। ਮਹਾਰਾਜਾ ਦਸ਼ ਪ੍ਰਜਾਪਤ ਦੇ ਘਰ ਪੈਦਾ ਹੋਈ ਸੀ ਅਤੇ ਇਹਦਾ ਜਨਮ ਉੱਥੇ ਹੋਇਆ ਸੀ। ਭਗਵਾਨ ਵਿਸ਼ਨੂੰ ਦੀ ਯੁੱਗ ਅਵਤਾਰ ਰਾਮਚੰਦਰ ਜੀ, ਉਹ ਤ੍ਰੇਤੇ ਯੁੱਗ ਦੇ ਵਿੱਚ ਜਦੋਂ ਉਹਨਾਂ ਨੇ ਰਾਵਣ ਸੀਤਾ ਚੁੱਕ ਕੇ ਲੈ ਗਿਆ, ਸੀਆ ਸੀਆ ਊਚ ਪੁਕਾਰਤ, ਅਤੇ ਉਸ ਵੇਲੇ ਨੇ ਸ਼ੰਕਾ ਕੀਤੀ। ਸ਼ਿਵ ਨੂੰ ਵਿਆਹੀ ਹੋਈ ਗਈ ਸੀ, ਦਸ਼ਾ ਪ੍ਰਜਾਪਤ ਨੇ ਸ਼ਿਵ ਜੀ ਨੂੰ ਵਿਆਹ ਦਿੱਤੀ ਸੀ। ਕਹਿਣ ਲੱਗੀ ਸਵਾਮੀ ਵੀ ਇਹ ਆਮ ਬੰਦਿਆਂ ਦੀ ਤਰ੍ਹਾਂ ਰੋਂਦਾ ਫਿਰਦਾ, ਇਹਨੂੰ ਅਵਤਾਰ ਕੌਣ ਕਹੂਗਾ? ਘਰ ਵਾਲੀ ਪਿੱਛੇ ਤਾਂ ਰੋਂਦਾ ਫਿਰਦਾ, ਰਾਵਣ ਚੁੱਕ ਕੇ ਲੈ ਗਿਆ, ਵੀ ਤੁਸੀਂ ਕਹਿੰਦੇ ਹੋ ਵੀ ਇਹ ਅਵਤਾਰੀ ਪੁਰਖ ਹੈ। ਉਹ ਕਹਿੰਦੇ ਅਵਤਾਰੀ ਪੁਰਖ ਹੈ, ਇਹ ਲੀਲਾ ਹੈ। ਉਹਦੇ ਮਨ 'ਚ ਸ਼ੰਕਾ ਬਣੀ ਰਹੀ। ਉਹਨੇ ਕੀ ਕੀਤਾ, ਸੀਤਾ ਦਾ ਰੂਪ ਧਾਰਨ ਕਰਕੇ ਜਿੱਥੇ ਨੂੰ ਰਾਮ ਜੀ ਵਿਯੋਗ ਦੇ ਵਿੱਚ ਜਾ ਰਹੇ ਸੀ ਨਾ, ਮਾਇਆਵੀ ਸ਼ਕਤੀ ਦੁਆਰਾ ਉੱਥੇ ਜਾ ਕੇ ਮੂਹਰੇ ਬਹਿ ਗਈ ਸੀਤਾ ਬਣ ਕੇ। ਭਗਵਾਨ ਰਾਮ ਜੀ ਜਦੋਂ ਕੋਲ ਆਏ, ਕਹਿੰਦੇ ਮਾਤਾ ਭਗਵਾਨ ਸ਼ਿਵ ਜੀ ਨੂੰ ਕਿੱਥੇ ਛੱਡਿਆ ਹੈ? ਅੱਜ ਇਕੱਲੀ ਫਿਰਦੇ ਹੋ? ਬੇਸ਼ਰਮ ਹੋ ਗਈ, ਵਾਪਸ ਗਈ। ਸ਼ਿਵ ਜੀ ਕਹਿੰਦਾ ਮੇਰੇ ਮੱਥੇ ਨਾ ਲੱਗੀ, ਮੈਂ ਪਤਨੀ ਰੂਪ 'ਚ ਨਹੀਂ ਤੈਨੂੰ ਅੰਗੀਕਾਰ ਕਰ ਸਕਦਾ, ਕਿਉਂਕਿ ਮੈਂ ਸੀਤਾ ਨੂੰ ਮਾਤਾ ਮੰਨਦਾ। ਮੈਂ ਹੁਣ ਤੈਨੂੰ ਮਾਂ ਮੰਨ ਲਿਆ, ਤੈਂ ਉਹਦਾ ਰੂਪ ਧਾਰ ਲਿਆ ਇੱਕ ਵਾਰੀ, ਹੁਣ ਜਾਵੇ ਕਿੱਥੇ? ਆਪਣੇ ਬਾਪ ਕੋਲ ਗਈ, ਉਹਨੇ ਨਾ ਵੜਨ ਦਿੱਤੀ। ਫਿਰ ਇਹ ਵੀ ਕਹਿੰਦੇ ਉੱਥੇ ਜੱਗ ਚੱਲਦਾ ਸੀ, ਉਹਦੇ ਸ਼ਿਵ ਜੀ ਦਾ ਭਾਗ ਨਾ ਕੱਢਿਆ, ਇਹ ਹਵਨ ਕੁੰਡ 'ਚ ਸੜ ਕੇ ਮਰ ਗਈ। ਹਿਮਾਲਿਆ ਰਿਸ਼ੀ ਦੇ ਘਰ ਦਾ ਜਨਮ ਹੋਇਆ, ਫਿਰ ਇਹਦਾ ਨਾਮ ਪਾਰਵਤੀ ਹੋਇਆ। ਜਨਮ ਤੋਂ ਹੀ ਸ਼ਿਵੋਮ ਸ਼ਿਵੋਮ ਦੀ ਤਪੱਸਿਆ ਕਰਿਆ ਕਰੇ। ਬਥੇਰਾ ਕਿਹਾ, ਨਾਰਦ ਗਿਆ ਇਹਦੇ ਕੋਲ ਨਿਸ਼ਚਾ ਡਲਾਉਣ ਵਾਸਤੇ। ਕਹਿੰਦੇ ਪਾਰਵਤੀ ਤੂੰ ਕਹੇ ਜੇ ਨੂੰ ਯਾਦ ਕਰਦੀ ਹੈ, ਗਲ ਦੇ ਵਿੱਚ ਰੁੰਡ ਮੁੰਡਾਂ ਦੀ ਮਾਲ ਹੈ, ਮੁਰਦਿਆਂ ਦੀ ਸੁਆਹ ਬਣੀ ਫਿਰਦਾ, ਗਲ 'ਚ ਸੱਪ ਪਾਈ ਫਿਰਦਾ, ਭਿਆਨਕ ਰੂਪ ਉਹਦਾ। ਤੂੰ ਜੇ ਵਰਨਾ ਹੀ ਆ ਤਾਂ ਵਿਸ਼ਨੂੰ ਨੂੰ ਵਰ, ਕਿੰਨਾ ਸੋਹਣਾ ਸੁੰਦਰ ਸਰੂਪ ਹੈ ਉਹਦਾ। ਰਾਮਾਇਣ 'ਚ ਪ੍ਰਸੰਗ ਆਉਂਦਾ, ਕਹਿੰਦੇ ਜਨਮ ਜਨਮ ਕੀ ਰਗਰ ਹਮਾਰੀ, ਬਰੂ ਸੰਭੂ ਨਹੀਂ ਰਹੂੰ ਕੁਵਾਰੀ। ਇਹ ਨਿਸ਼ਚਾ ਸੀ। ਬਥੇਰਾ ਉਹਨੂੰ ਕਿਹਾ ਵੀ ਅਕਤ ਤੂਰਾ ਖਾਵਣਾ ਰਾਤੀ ਬਾਸਾ ਮੜੀ ਮਸਾਣੀ, ਪਰ ਉਹਨੇ ਕਿਹਾ ਨਹੀਂ। ਅਤੇ ਇਸ ਕਰਕੇ ਵੀ ਗੁਰੂ ਸਾਹਿਬ ਕਹਿੰਦੇ ਪਾਰਵਤੀ ਦੀ ਨਿਆਈ ਤੇ ਵੀ ਸਿੱਖ ਨੂੰ ਨਿਸ਼ਚਾ ਦਿੰਦਾ, ਇਹਦੇ ਵਿੱਚੋਂ ਨਿਸ਼ਚੇ ਦਾ ਗੁਣ ਲੈਣਾ। ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੇ ਕੋ। ਮਾਂ ਮਾਇਆ ਲక్ష్ਮੀ ਪਦਾਰਥ ਦਿੰਦੀ ਹੈ, ਅਤੇ ਲਕਸ਼ਮੀ ਪੂਜਾ ਦਿਨੇ ਰੱਖਿਆ ਵਾ ਸਾਡੇ ਦੇਸ਼ ਦਾ ਇੱਕ ਜਿਹੜੇ ਲక్ష్ਮੀ ਦੀ ਪੂਜਾ ਕਰਦੇ ਨੇ। ਖਾਲਸਾ ਨਹੀਂ ਕਰਦਾ, ਪਰ ਪ੍ਰਸੰਗ ਵਿੱਚ ਜੋ ਆਇਆ ਆਪਾਂ ਛੱਡ ਨਹੀਂ ਸਕਦੇ। ਅਤੇ ਗੁਰੂ ਸਾਹਿਬ ਲక్ష్ਮੀ ਦੀ ਨਿਆਈ ਕੀ ਹੈ? ਸਤਿਗੁਰ ਕੈ ਬਸ ਚਾਰ ਪਦਾਰਥ, ਅਤੇ ਉਹ ਸਾਰੇ ਚਾਰ ਪਦਾਰਥ ਗੁਰੂ ਦੇ ਬਸ ਦੇ ਵਿੱਚ। ਤੀਨ ਸਮੇਂ ਏਕ ਕਿਰਤਾਰਥ, ਚਾਰ ਪਦਾਰਥ ਜੇ ਕੋ ਮੰਗੇ, ਜਿਤਨੇ ਫੜ ਮਨ ਬਾਛੀਐ ਤਿਤੜੇ ਸਤਿਗੁਰ ਪਾਸ। ਉਹ ਲక్ష్ਮੀ ਦਾ ਰੂਪ ਨਹੀਂ ਹੋਇਆ ਤਾਂ ਕੀ ਹੈ? ਸਰਸਤੀ ਦੀ ਨਿਆਈ ਕਿਵੇਂ ਹੈ? ਕਹਿੰਦੇ ਸਰਸਤੀ ਵਿਦਿਆ ਦੀ ਦਾਤੀ ਮੰਨੀ ਹੈ ਹਿੰਦੂ ਮਤ ਦੇ ਅੰਦਰ, ਅਤੇ ਸਾਡੇ ਗੁਰੂ ਸਾਹਿਬ ਜਿਹੜੇ ਨਾ ਉਹ ਫਿਰ ਬ੍ਰਹਮ ਵਿਦਿਆ ਦੀ ਦਾਤ ਦਿੰਦੇ। ਇਸ ਕਰਕੇ ਸਰਸਤੀ ਦਾ ਰੂਪ ਇਹਨੇ ਸਿੱਧ ਕਰਤਾ ਮਹਾਰਾਜ ਨੇ ਆਪਣੀ ਬਾਣੀ 'ਚ ਸਾਰੇ।
ਉਹ ਇਸ ਕਰਕੇ ਇਹ ਜਿਹੜੇ ਸਾਧ ਜੀ ਅਰਥ ਨੇ ਨਾ, ਇਹਨਾਂ ਨੂੰ ਵਿਦਵਾਨ ਕਹਿੰਦੇ ਨੇ ਗੌਣੀ ਅਰਥ। ਗੌਣੀ ਦਾ ਅਰਥ ਕੀ ਹੈ? ਕਿਸੇ 'ਚੋਂ ਗੁਣ ਲੈ ਕੇ ਅਰਥ ਕੀ, ਇਹਨਾਂ 'ਚੋਂ ਗੁਣ ਲੈ ਕੇ ਅਰਥ ਕੀਤੇ ਹੋਏ ਨਾ। ਉਸ ਤਰ੍ਹਾਂ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਚੇਤਨ ਸਰੂਪ ਬ੍ਰਹਮ, ਜਿਹੜਾ ਅਖੰਡ ਸਰੂਪ ਜੋਤੀ, ਉਹਦਾ ਸਰੂਪ ਆਪ ਇੱਕ ਸਿੱਖਾਂ ਨੂੰ ਸਮਝਾਉਣ ਵਾਸਤੇ ਐਸਾ ਕਥਨ ਕੀਤਾ ਹੈ। ਫਿਰ ਉਹਨੇ ਕਿਹਾ ਪਰਮੇਸ਼ਰ ਦੇ ਹੋਰ ਲਖਣ ਕਰੋ ਜੇ। ਜਿਹੋ ਜਾਣ ਆਖਾ ਨਹੀਂ, ਕਹਿਣਾ ਕਥਨ ਨ ਜਾਏ। ਤੇ ਕਹਿੰਦੇ ਸਿੱਧੋ, ਜੇਕਰ ਹੋਂ ਅਸੀਂ ਆਪਣੇ ਅਨੁਭਵ ਦੁਆਰਾ ਉਸ ਵਾਹਿਗੁਰੂ ਦੇ ਹੋਰ ਲੱਖਣਾਂ ਨੂੰ ਜਾਣਦੇ ਤਾਂ ਹਾਂ, ਪਰ ਫਿਰ ਵੀ ਆਖਣ ਯੋਗ ਨਹੀਂ, ਕਿਉਂਕਿ ਸ਼ਕਤੀ ਬਿਰਤੀ ਦੁਆਰਾ ਉਹ ਕਥਨ ਨਹੀਂ ਕੀਤੇ ਜਾ ਸਕਦੇ। ਉਹਦਾ ਰੂਪ ਰੰਗ ਜਾਤ ਪਾਤ ਆਦਿ ਕੋਈ ਕਿਹਾ ਨਹੀਂ ਜਾ ਸਕਦਾ, ਨਾ ਜਾਈ ਨਹੀਂ ਕਿਹਾ ਜਾ ਸਕਦਾ ਹੈ। ਕਥਨ ਨਾ ਜਾਈ, ਕਥਨ ਨਹੀਂ ਕੀਤਾ ਜਾ ਸਕਦਾ ਹੈ। ਗੁਰਾ ਇੱਕ ਦੇਹ ਬੁਝਾਈ, ਰੂਪ ਨਾ ਰੇਖ ਨਾ ਰੰਗ ਛਿਤਰਿ ਗੁਣ ਤੇ ਪ੍ਰਭ ਭਿੰਨ ਕਿਹਾ ਨਾ। ਇਹ ਗੁਰਾ ਸ਼ਬਦ ਬੋਲਣਾ, ਗੁਣਾ ਨਹੀਂ ਬੋਲਣਾ, ਬਿੰਦੀ ਨਹੀਂ ਲਾਉਣੀ ਇੱਥੇ। ਜਿਸ ਵੇਲੇ ਬਾਣੀ ਦਾ ਉਚਾਰਨ ਕੀਤਾ ਗਿਆ, ਉਸ ਵੇਲੇ ਗੁਰਾ ਸ਼ਬਦ ਜ਼ਿਆਦਾ ਪ੍ਰਚਲਿਤ ਸੀ। ਹੁਣ ਵੀ ਮਾਝੇ ਦੇ ਵਿੱਚ ਜਾਓ ਤੁਸੀਂ, ਮਾਲਵੇ ਦੁਆਬੇ ਦੀ, ਬਲਕਿ ਅੱਧੇ ਕੁ ਦੁਆਬੇ ਦੇ ਵਿੱਚ ਅਸੀਂ ਨਾਗਾ ਕਹਿੰਦੇ ਆ, ਉਹ ਨਾਗਾ ਕਹਿੰਦੇ ਨੇ, ਵੀ ਨਾਗਾ ਨਾ ਪੈ ਜਾਵੇ ਕੰਮ 'ਚ। ਇਸ ਕਰਕੇ ਜਿੱਥੇ ਬਿੰਦੀ ਤੋਂ ਬਿਨਾਂ ਸਰਦਾ ਉੱਥੇ ਸਾਰੋ। ਇੱਥੇ ਬਿੰਦੀ ਨਹੀਂ ਲਾਉਣੀ, ਗੁਰਾ। ਇੱਥੇ ਵਿਸਰਾਮ, ਇੱਕ ਦੇਹ ਬੁਝਾਈ। ਤੇ ਗੁਰੂ ਪਰਮੇਸ਼ਰ ਨੇ ਸਾਨੂੰ ਇੱਕ ਸਿੱਖਿਆ ਬੁਝਾਈ ਕੇ ਜਣਾ ਦਿੱਤੀ ਹੈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਏ। ਸਭਨਾ ਕੀ, ਇਹ ਸਾਰਿਆਂ ਹੀ ਜੀਵਾਂ ਦਾ, ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਦਾਤਾਂ ਦੇਣ ਵਾਲੇ 10 ਵੀ ਨਹੀਂ ਹੈ, ਇੱਕੋ ਹੀ ਹੈ ਦਾਤਾ। ਤੇ ਹਰ ਵਕਤ ਬੇਨਤੀ ਕਰੀਏ ਕਿ ਸੋ ਕੀ ਉਹ ਮੈਨੂੰ ਕਦੇ ਵੀ ਬਿਸਰ ਨਾ ਮੈਂ ਭੁੱਲ ਜਾਣ ਦਾ, ਵੀ ਕਦੇ ਵੀ ਭੁੱਲੇ ਨਾ, ਹਰ ਵੇਲੇ ਚੇਤੇ ਰਹੇ। ਇਹ ਸਿੱਖਿਆ ਜਿਹੜੀ ਹੈ ਸਿੱਧੋ ਤੁਸੀਂ ਵੀ ਧਾਰਨ ਕਰ ਲਓ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਹੁਣ ਇਹ ਜਿਹੜੇ ਅਰਥ ਸਨ, ਇਹ ਕੋਈ ਬਹੁਤੇ ਔਖੇ ਨਹੀਂ ਸੀ, ਸਰਲ ਅਰਥ ਸੀ। ਹੁਣ ਥੋੜ੍ਹਾ ਜਿਹਾ ਹੋਰ ਜ਼ਿਆਦਾ ਧਿਆਨ ਮੰਗਣਗੇ ਅਗਲੇ ਅਰਥ ਜਿਹੜੇ ਥੋੜ੍ਹੇ ਜਿਹੇ ਗਹਿਰੇ ਆ। ਫਿਰ ਵੀ ਆਪਾਂ ਯਤਨ ਕਰਾਂਗੇ, ਨਾਲੇ ਬੇਨਤੀ ਗੁਰੂ ਸਾਹਿਬ ਨੂੰ ਕਿ ਮਹਾਰਾਜ ਕਿਰਪਾ ਕਰਨ। ਇਹ ਫਿਰ ਸਿੱਖ ਨੂੰ ਨਿਰਾ ਬਰਮ ਗਿਆਨ ਦੇਣ ਵਾਸਤੇ ਹੈ। ਮਹਾਰਾਜ ਕਹਿੰਦੇ ਸਿੱਖਾ, ਸਿੱਧ ਵੀ ਸੁਣਦੇ ਨੇ, ਸਿੱਖਿਆ ਤਾਂ ਉਹਨਾਂ ਨੂੰ ਵੀ ਹੈ। ਉਹ ਵਾਹਿਗੁਰੂ ਦਾ ਸਰੂਪ ਕਿਸ ਪ੍ਰਕਾਰ ਦਾ ਹੈ, ਕਿਸੇ ਦੇ ਧਿਆਨ ਦਾ ਵਿਸ਼ਾ ਨਹੀਂ ਹੈ। ਉਹ 4 ਮੂੰਹਾਂ ਵਾਲਾ ਬ੍ਰਹਮਾ ਨਹੀਂ, 4 ਬਾਹਾਂ ਵਾਲਾ ਵਿਸ਼ਨੂੰ ਨਹੀਂ, 3 ਨੇਤਰਾਂ ਵਾਲਾ ਸ਼ਿਵ ਜੀ ਨਹੀਂ। ਇਹਨਾਂ ਦੀ ਨਹੀਂ ਸਥਾਪਨ ਨਹੀਂ ਕੀਤਾ ਜਾ ਸਕਦਾ ਕਿ ਐਸਾ ਹੈ, ਬਲਕਿ ਧਿਆਨ ਮੈਂ ਨਾ ਆਵੇ ਤਾਂ ਕੋ ਧਿਆਨ ਕੀਜੈ ਧਿਆਈਏ। ਧਿਆਨ ਮੈਂ ਨਾ ਆਵੇ ਤਾਂ ਕੋ ਧਿਆਨ ਕੀਜੈ ਧਿਆਈਏ। ਉਹ ਕਿਸੇ ਧਿਆਨ ਦਾ ਵਿਸ਼ਾ ਵੀ ਨਹੀਂ, ਮੂਰਤੀਵਾਨ ਪਦਾਰਥ ਨਹੀਂ ਹੈ। ਕਾਗਜ਼ ਜਾਂ ਲੋਹੇ ਜਾਂ ਪੱਥਰ ਦੀ ਮੂਰਤੀ ਨਹੀਂ ਹੈ ਜਿਵੇਂ ਬਣਾਈਆਂ ਜਾਂਦੀਆਂ ਹਨ। ਉਹ ਜਿਵੇਂ ਮੂਰਤੀ ਬਣਾ ਕੇ ਫਿਰ ਉਹਨੂੰ ਕਹਿੰਦੇ ਮੂਰਤੀ ਸਥਾਪਨ ਕਰਨੀ ਹੈ ਮੰਦਿਰ 'ਚ, ਉਹ ਇਸ ਤਰ੍ਹਾਂ ਦਾ ਸਥਾਪਨ ਕੀਤਾ ਨਹੀਂ ਹੁੰਦਾ। ਕਿਸੇ ਪ੍ਰਕਾਰ ਦੀ ਕਲਪਨਾ ਕਰ ਲੈਣੀ ਵੀ ਇਹ ਜੀ ਗਣੇਸ਼ ਜੀ ਮੂਰਤੀ ਹੈ, ਬੰਦੇ ਦਾ ਧਾੜਾ ਹੈ, ਹਾਥੀ ਦਾ ਸਿਰ ਲੱਗਿਆ ਹੋਇਆ ਹੈ, ਪੁਰਾਣਕ ਕਥਾਵਾਂ ਨੇ। ਜਾਂ ਫਿਰ ਗੰਡਕੀ ਨਦੀ ਦੇ ਵਿੱਚ ਪੱਥਰ ਨਿਕਲਦਾ ਹੈ, ਕਾਲੀ ਧਾਰੀ ਹੁੰਦੀ ਹੈ, ਚਿੱਟੇ ਪੱਥਰ 'ਤੇ, ਕਾਲੇ ਪੱਥਰ 'ਤੇ ਚਿੱਟੀ ਧਾਰੀ ਹੁੰਦੀ ਹੈ। ਕਹਿੰਦੇ ਭਗਵਾਨ ਵਿਸ਼ਨੂੰ ਦੇ ਜਨੇਊ ਪਾਇਆ ਹੋਇਆ। ਪ੍ਰਤੀਕ ਉਪਾਸਨਾ ਹੈ। ਵਰਿੰਦਰ ਰਾਕਸ਼ਣੀ ਜਲੰਧਰੀ ਦਾ ਇਹਦੇ ਘਰ ਵਾਲੀ ਸੀ, ਜਿਹਦੇ ਨਾਂ 'ਤੇ ਜਲੰਧਰ ਸ਼ਹਿਰ ਵਸੇ। ਉਹ ਮਰਦਾ ਨਹੀਂ ਸੀ, ਘਰ ਵਾਲੀ ਸਤਵੰਸ਼ੀ ਸੀ। ਦੇਵਤਿਆਂ ਦੇ ਕਹਿਣ ਤੋਂ ਭਗਵਾਨ ਵਿਸ਼ਨੂੰ ਜੀ ਨੇ ਉਹਦਾ ਸੱਤ ਤੋੜਿਆ। ਉਹਨੇ ਜਦੋਂ ਪਹਿਚਾਣ ਲਿਆ ਉਹਦਾ ਰੂਪ ਧਾਰਿਆ ਹੋਇਆ ਸੀ, ਸਰਾਪ ਦੇ ਦਿੱਤਾ, ਤੂੰ ਦੇਵਤਿਆਂ ਦਾ ਪੱਖ ਕਰਕੇ ਮੇਰਾ ਸੱਤ ਤੋੜਿਆ, ਜਾਂ ਪੱਥਰ ਬਣ ਜਾ। ਉਹ ਗੰਡਕੀ ਨਦੀ ਦਾ ਪੱਥਰ ਬਣਿਆ ਭਗਵਾਨ ਵਿਸ਼ਨੂੰ। ਭਗਵਾਨ ਵਿਸ਼ਨੂੰ ਕਹਿੰਦਾ ਚੰਗਾ, ਜੇ ਮੈਂ ਪੱਥਰ ਬਣੂ ਤੂੰ ਤੁਲਸੀ ਬਣੇਗੀ, ਤੇਰੇ ਦੁਆਰਾ ਹੀ ਪੂਜਾ ਕਰਿਆ ਕਰਨਗੇ। ਹੁਣ ਇਹ ਤੁਲਸੀ ਦੀ ਪੂਜਾ ਤਾਂ ਕਰਦੇ ਆ ਹਿੰਦੂ ਮਤ ਦੇ ਵਿੱਚ, ਸੋ ਰੋ ਵਿਚਾਰ। ਇਸ ਕਰਕੇ ਉਹ ਗੰਡਕਾ ਨਦੀ ਦਾ ਪੱਥਰ ਭਗਵਾਨ ਦੀ ਪ੍ਰਤੀਕ ਉਪਾਸਨਾ ਮੰਨਦੇ ਆ, ਕਲਪਨਾ ਕਰ ਲੈਂਦੇ ਹੈ ਇਹ ਵਿਸ਼ਨੂੰ ਸ਼ਿਆਮ ਰੂਪ ਹੈ, ਵੀ ਚਤੁਰਭੁਜੀ ਮੂਰਤ ਹੈ। ਪਰ ਉਹ ਥਾਪਿਆ ਨਾ ਜਾਏ, ਇਸੇ ਤਰ੍ਹਾਂ ਦਾ ਨਹੀਂ ਹੈ। ਅਤੇ ਕਈ ਅੰਗ੍ਰਹਿ ਉਪਾਸਨਾ ਕਰਦੇ ਨੇ ਕਿ ਮੈਂ ਬ੍ਰਹਮ ਹਾਂ। ਇਹਦਾ ਪ੍ਰਕਾਸ਼ ਅੰਗ੍ਰਹਿ ਉਪਾਸਨਾ ਦੁਆਰਾ ਵੀ ਸਿੱਧ ਹੋ ਸਕਦਾ ਹੈ। ਵੀ ਕਈ ਕਹਿੰਦੇ ਨੇ ਵੀ ਉਹ ਸਿੱਧ ਹੋ ਜਾਊਗਾ, ਇਹ ਨਹੀਂ ਹੋ ਸਕਦਾ। ਇਹ ਤਾਂ ਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦਾ। ਕਿਸੇ ਸਾਧਨਾ ਕਰਕੇ ਵੀ, ਕੀਤੇ ਹੋਏ ਸਾਧਨਾ ਦੀ ਸਾਖਸ਼ਾਤ ਨਹੀਂ ਹੁੰਦਾ, ਯੋਗ ਸਾਧਨਾ ਦੇ ਯਤਨ ਕਰਕੇ ਵੀ। ਅਤੇ ਕੋਲੋਂ
ਉਹ ਅਨੁਭਵ ਰੂਪ ਪਰਮੇਸ਼ਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਤੇ ਇਸ ਕਰਕੇ ਉਹਦਾ ਐਸਾ ਸਰੂਪ ਹੈ। ਜਿਹੜੇ ਯੋਗ ਸਾਧਨ ਹਨ, ਗੁਰੂ ਸਾਹਿਬ ਜਿਹੜੇ ਸਾਧਨ ਦੱਸੇ ਨਾ, ਤੇ ਉਹਨਾਂ ਦੁਆਰਾ ਫਿਰ ਗੁਰੂ ਦੇ ਉਪਦੇਸ਼ ਦੁਆਰਾ ਤਾਂ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਪਰ ਜਿਹੜੇ ਯੋਗ ਦੇ ਅੰਗ ਨੇ, ਯੋਗ ਦੇ ਸਾਧਨ, ਇਹਨਾਂ ਦੁਆਰਾ ਵੀ ਨਹੀਂ ਹੋ ਸਕਦਾ ਉਹ। ਤੋ ਇਸ ਪ੍ਰਕਾਰ ਫਿਰ ਅੱਗੇ ਦੱਸਦੇ ਹਨ, ਆਪੇ ਆਪ ਨਿਰੰਜਨ ਸੋਏ। ਉਹ ਕੈਸਾ ਹੈ? ਕਹਿੰਦੇ ਉਹ ਪਰਮੇਸ਼ਰ ਆਪ ਹੀ ਜੀਵ ਰੂਪ ਹੈ ਤੇ ਆਪ ਹੀ ਈਸ਼ਵਰ ਰੂਪ ਹੈ। ਆਪ ਹੀ ਨਿਰੰਜਨ ਮੈਲ ਤੋਂ ਰਹਿਤ ਸੁਧ ਸਰੂਪ ਸੋਏ। ਉਹ ਤਤਪਦ ਦਾ ਲਖਰਤ, ਉਹ ਵਾਹਿਗੁਰੂ ਆਪ ਹੀ ਜਿਹੜਾ ਖਟ ਵਿਕਾਰ ਅਵਿਦਿਆ ਦੀ ਕਾਲ ਕਰਕੇ ਅਗਿਆਨ ਦੇ ਸਹਿਤ ਤੂੰ ਪਦ ਦਾ ਲਖਰਤ ਹੈ ਨਾ, ਇਹ ਜੀਵ ਅਲਪਗੇ, ਉਹ ਆਪ ਹੀ ਖਟ ਗੁਣਾ ਮਾਇਆ ਦੇ ਸਬਲ ਪੁਣੇ ਦੇ ਸਹਿਤ ਹੋਣ ਕਰਕੇ ਉਹ ਤਤਪਦ ਦਾ ਲਖ ਅਰਥ ਈਸ਼ਵਰ ਰੂਪ ਹੈ। ਇਹਦਾ ਬਾਚ ਅਰਥ ਈਸ਼ਵਰ ਤੇ ਗੁਣਾਂ ਦਾ ਗ੍ਰਹਿਣ ਕਰਕੇ ਜੀਵ ਦੇ ਔਗਣਾਂ ਦਾ ਤਿਆਗ ਤੇ ਨਿਰੰਜਨ ਮਾਲ ਮਾਇਆ ਤੋਂ ਰਹਿਤ ਜਿਹੜਾ ਸੁੱਧ ਸਰੂਪ ਬ੍ਰਹਮ ਦਾ ਉਹਨੂੰ ਗ੍ਰਹਿਣ ਕਰਨਾ। ਉਹ ਬ੍ਰਹਮ ਮਾਇਆ ਦੀ ਕਲਪਤ ਰੂਪ ਦਾ ਜਿਹੜੀ ਮਾਇਆ ਇਸ ਤੋਂ ਰਹਿਤ ਹੈ। ਇਸ ਕਰਕੇ ਮਾਇਆ ਅਵਿਦਿਆ ਮਿਲ ਮਿਲ ਭਾਸੇ ਮੁਗਧੋਂ ਕੇ ਔਰ ਮਹਿ ਪ੍ਰਕਾਸ਼ੇ ਵਿਰਾਗ ਸਤਿ ਦੇ ਵਾਸਤਵ ਵਿੱਚ ਸੁੱਧ ਸਰੂਪ ਹੈ। ਜੀਵ ਅਤੇ ਈਸ਼ਵਰ ਦਾ ਪ੍ਰਕਾਸ਼ਕ ਅਤੇ ਅੰਤਹਿਕਰਨ ਦਾ ਸਾਖੀ ਰੂਪ ਹੋ ਕੇ ਕੀ ਪ੍ਰਕਾਸ਼ ਕਰ ਰਿਹਾ ਹੈ? ਅਦਵੈਤ ਆਨੰਦ ਸਰੂਪ ਤੇ ਜੀਵ ਈਸ਼ਵਰ ਦੇ ਵਿੱਚ ਜੋ ਭੇਦ ਗਿਆਨ ਹੈ ਉਹਦਾ ਤਿਆਗ ਕਰਕੇ ਦੋਹਾਂ ਦਾ ਪ੍ਰਕਾਸ਼ਕ ਸਾਖੀ ਰੂਪ ਆਪਣਾ ਰੂਪ ਜਾਣਨਾ। ਸੋਏ ਕਿ ਉਹ ਆਪ ਹੀ ਆਪ ਆਪਣਾ ਸਰੂਪ ਹੀ ਹੈ, ਸਾਰਿਆਂ ਦੇ ਵਿੱਚ ਪ੍ਰਾਪਤ ਰੂਪ ਹੈ। ਆਪੇ ਆਪ ਹੀ ਸਾਰੇ ਦੇ ਅੰਤਸ਼ ਕਰਨ ਦਾ ਸਾਖੀ ਰੂਪ ਹੋ ਕਰਕੇ ਸਭ ਮੈਂ ਜੋ ਜੋ ਚਾਹੇ ਸਾਰਿਆਂ ਦੇ ਵਿੱਚ ਹੈ। ਤੂੰ ਹਿਰਦੇ ਗੁਪਤ ਬਸਿਆ ਦਿਨ ਰਾਤੀ। ਅਦਵੈਤ ਆਨੰਦ ਸਰੂਪ ਹੋ ਕੇ ਸਭਨਾਂ ਦੇ ਹਿਰਦੇ ਵਿੱਚ ਨਿਰੰਜਨ ਸੁੱਧ ਸਰੂਪ ਹੋ ਕੇ ਬਿਰਾਜਮਾਨ ਹੈ, ਹੋ ਰਿਹਾ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਇਹ ਸਿੱਖਾ ਜਿਨ੍ਹਾਂ ਨੇ ਉਹਦਾ ਸੇਵਨ ਕੀਤਾ ਹੈ, ਆਰਾਧਨ ਕੀਤਾ ਹੈ, ਉਹਨਾਂ ਨੇ ਉਸ ਪਰਮੇਸ਼ਰ ਕੋਲੋਂ ਮਾਨ ਆਦਰ ਸਤਿਕਾਰ ਪ੍ਰਾਪਤ ਕਰ ਲਿਆ। ਇਹ ਅਰਥ ਹੀ ਹੈ ਜਿਹੜਾ ਪਹਿਲਾਂ ਹੋ ਗਿਆ। ਮਾਨ ਮੰਨਣ ਕੀਤਾ, ਮੰਨਣ ਗਿਆਨ ਨੂੰ ਪਾਉਣਾ ਕੀਤਾ। ਪਾਏ ਅਮਾਨ ਅਰਥ ਵਾਸਤੇ ਅਮਾਨ ਭਾਵ ਹੰਕਾਰ ਤੋਂ ਰਹਿਤ ਹੋਣ ਤੋਂ ਨਿਮਰਤਾ ਪਾਏ ਪਾ ਲਈ ਹੈ। ਜੋ ਖਟ ਪ੍ਰਮਾਣਾਂ ਵਾਲੇ ਨੇ ਉਹ ਵਿਧੀ ਪੱਖ ਦੁਆਰਾ ਪ੍ਰਮਾਣ ਕਥਨ ਕਰਦੇ ਨੇ ਕਿ ਉਸ ਨੂੰ ਪਾ ਲਿਆ। ਕਿਸ ਤਰ੍ਹਾਂ ਪਾਇਆ ਜਾਂਦਾ ਹੈ? ਪਹਿਲਾ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਉਹਨੂੰ ਸਤ ਕਰਕੇ ਮੰਨਦੇ ਹੈ ਕਿ ਅਸਥੂਲ ਅੱਖਾਂ ਦੇ ਨਾਲ ਜਿਹੜੀ ਚੀਜ਼ ਦ੍ਰਿਸ਼ਟੀ ਆ ਰਹੀ ਹੈ ਉਹਨੂੰ ਸਤ ਕਰਕੇ ਮੰਨਦੇ ਹੈ। ਤੇ ਜਿਵੇਂ ਦ੍ਰਿਸ਼ਟਾ ਦ੍ਰਿਸ਼ਟ ਪਦਾਰਥਾ ਦੋ, ਦ੍ਰਿਸ਼ਟ ਆਉਣ ਵਾਲਾ ਦ੍ਰਿਖ ਹੋਣ ਵਾਲਾ, ਭਾਵੇਂ ਇਹ ਪੂਰੀ ਗੱਲ ਟੁਕਦੀ ਨਹੀਂ। ਤੇ ਪ੍ਰਤੱਖ ਪ੍ਰਮਾਣ ਵੀ ਜੋ ਸਾਹਮਣੇ ਦਿਖ ਰਿਹਾ ਵਹਾਂ ਇਹ ਸਹੀ ਹੈ, ਉਹ ਚੇਤਨ ਪ੍ਰਤੱਖ ਰੂਪ ਹੈ। ਇਸ ਕਰਕੇ ਵਿਧੀ ਪੱਖ ਦੁਆਰਾ ਇਹਦਾ ਕਥਨ ਕੀਤਾ ਹੈ। ਫਿਰ ਦੂਸਰਾ ਅਨੁਮਾਨ ਪ੍ਰਮਾਣ। ਤੇ ਅਨੁਮਾਨ ਪ੍ਰਮਾਣ ਕੀ ਹੈ? ਉਹਦੇ 'ਚ ਕਿਹਾ ਜਾਂਦਾ ਹੈ ਜਤਰ ਧੂਆਂ ਤਤਰ ਅਗਨੀ। ਅੱਗ ਦਿਸਦੀ ਨਹੀਂ, ਧੂਆਂ ਦਿਸਦਾ। ਕਹਿੰਦੇ ਵੀ ਅੱਗ ਹੈਗੀ ਉੱਥੇ, ਅੱਗ ਦੇ ਬਿਨਾਂ ਧੂਆਂ ਨਹੀਂ ਹੁੰਦਾ। ਇਹਨੂੰ ਅਨੁਮਾਨ ਪ੍ਰਮਾਣ ਕਹਿੰਦੇ। ਉਪਮਾਨ ਪ੍ਰਮਾਣ ਕਿਸੇ ਚੀਜ਼ ਦੀ ਦੂਸਰੀ ਉਪਮਾ ਦੇ ਕੇ, ਤੇ ਜਿਵੇਂ ਰੋਜ਼ ਹੁੰਦਾ ਹੈ ਉਹਨੂੰ ਗਵਿਆ ਕਹਿੰਦੇ ਨੇ ਗ੍ਰੰਥਾਂ 'ਚ। ਤੇ ਉਹ ਕਿਸੇ ਨੇ ਮਤਲਬ ਉਹ ਤੋਂ ਗਵਿਆ ਤੇ ਗਾਂ ਦਾ ਪ੍ਰਮਾਣ ਦਿੱਤਾ ਜਾਂਦਾ, ਚਾਹੇ ਗਾਂ ਨੂੰ ਚਾਹੇ ਰੋਜ਼ ਨੂੰ। ਗਵਿਆ ਰੋਜ਼ ਕਿਸੇ ਨੇ ਦੇਖਿਆ ਨਹੀਂ, ਕਿਸੇ ਨੇ ਪੁੱਛਿਆ ਵੀ ਉਹ ਕਿਹਾ ਜਾ ਹੁੰਦਾ? ਗਾਂ ਤਾਂ ਆਮ ਦੇਖਣ ਦੇ ਵਿੱਚ ਹੁੰਦੀ ਹੈ। ਉਹ ਕਹਿੰਦਾ ਗਾਂ ਵਰਗਾ ਹੁੰਦਾ। ਇੰਨਾ ਕੁ ਫਰਕ ਹੈ ਵੀ ਗਾਂ ਦੇ ਗਲ ਵਿੱਚ ਝੁੱਲ ਜਾ ਲਟਕਦਾ, ਝਾਲਰ ਉਹਦੀ ਹੁੰਦੀ ਨਹੀਂ। ਤੇ ਇਸ ਨੂੰ ਕਹਿੰਦੇ ਨੇ ਉਪਮਾਨ ਪ੍ਰਮਾਣ। ਉਪਮਾਨ ਪ੍ਰਮਾਣ ਦੁਆਰਾ ਕਿ ਆਕਾਸ਼ ਜੜ ਹੈ ਪਰ ਵਿਆਪਕ ਬ੍ਰਹਮ ਹੈ, ਉਹਦੀ ਉਪਮਾ ਆਕਾਸ਼ ਦੁਆਰਾ ਵਿਆਪਕ ਦੇ ਗੁਣ ਲੈਣੇ ਨੇ। ਤੇ ਆਕਾਸ਼ ਦੀ ਨਿਆਈ ਵਿਆਪਕ ਹੈ, ਉਹ ਚੇਤਨ ਹੈ। ਇਸ ਪ੍ਰਕਾਰ ਉਪਮਾਨ ਪ੍ਰਮਾਣ ਜਿਹੜਾ ਹੈ ਇਉਂ ਆਕਾਸ਼ ਦੁਆਰਾ ਬ੍ਰਹਮ ਨੂੰ ਜਣਾ ਦੇਣਾ। ਸ਼ਬਦ ਪ੍ਰਮਾਣ। ਯਥਾਰਥ ਭਗਤੇ ਨੇ ਕਹਿਤਾ ਕਿਸੇ ਨੂੰ ਆ ਕੇ ਵੀ ਤੇਰਾ ਪਿਤਾ ਪ੍ਰਦੇਸ਼ 'ਚ ਮਰ ਗਿਆ, ਉਹ ਬੰਦਾ ਕਦੇ ਝੂਠ ਬੋਲਣ ਵਾਲਾ ਹੈ ਨਹੀਂ। ਇਸ ਕਰਕੇ ਉਹ ਸੱਤ ਮੰਨ ਕੇ ਰੋਣ ਲੱਗ ਜਾਂਦਾ। ਕਹਿੰਦੇ ਪਰਮਾਤਮਾ ਦੇਖਿਆ ਤਾਂ ਹੈ ਨਹੀਂ, ਪਰ ਸੱਤ ਭਗਤੇ ਨੇ ਗੁਰੂ ਸਾਹਿਬ, ਸੱਤ ਭਗਤੇ ਨੇ ਵੇਦ ਸ਼ਾਸਤਰ ਰਿਸ਼ੀ ਮੁਨੀ, ਉਹ ਜੋ ਕਹਿ ਰਹੇ ਪਰਮਾਤਮਾ ਹੈ ਉਹਦੇ 'ਤੇ ਉਹ ਬੱਚੇ ਦੀ ਤਰ੍ਹਾਂ ਵਿਸ਼ਵਾਸ ਕਰ ਲੈਣਾ। ਇਹਨੂੰ ਸ਼ਬਦ ਪ੍ਰਮਾਣ। ਅਰਥਾਪਤੀ ਪ੍ਰਮਾਣ। ਅਰਥਾਪਤੀ ਪ੍ਰਮਾਣ ਉਸ ਨੂੰ ਕਹਿੰਦੇ ਨੇ ਵੀ ਜਿਵੇਂ ਕੋਈ ਬੰਦਾ ਬਹੁਤ ਮੋਟਾ ਟਾਢਾ ਹੈ ਤੇ ਦਿਨੇ ਕਦੇ ਰੋਟੀ ਨਹੀਂ ਖਾਂਦਾ ਦੇਖਿਆ। ਇੱਕ ਬੰਦਾ ਕਹਿੰਦਾ ਵੀ ਇਹ ਬੰਦਾ ਰੋਟੀ ਨਹੀਂ ਖਾਂਦਾ,
ਉਹ ਕਹਿੰਦਾ ਕਮਲਿਆ ਜੇ ਖਾਵੇ ਨਾ ਐਡਾ ਮੋਟਾ ਹੀ ਨਹੀਂ ਹੋ ਸਕਦਾ। ਕਹਿੰਦਾ ਨਹੀਂ, ਸਾਰਾ ਦਿਨ ਮੈਂ ਕਈ ਦਿਨ ਦੇਖ ਲਿਆ ਵੀ ਮੈਂ ਉਹ ਕਹਿੰਦਾ ਫਿਰ ਇਹ ਗੱਲ ਹੈ ਵੀ ਰੋਟੀ ਦਿਨੇ ਨਹੀਂ ਖਾਂਦਾ, ਰਾਤ ਨੂੰ ਜ਼ਰੂਰ ਖਾਂਦਾ, ਫਿਰ ਗੁਪਤੀ ਖਾਵੇ ਭਟਕਾ ਸਾਰੀ। ਉਹਨੂੰ ਅਰਥਾਵਤੀ ਪ੍ਰਮਾਣ ਕਹਿੰਦੇ ਨੇ। ਉਹ ਤੋਂ ਅਨੁਮਾਨ ਲਾ ਲਿਆ ਵੀ ਹਾਂ ਇਹਦੇ ਕਰਕੇ ਇਹ ਅਰਥਾਵਤੀ ਹੈ, ਉਹਦੇ ਸਰੀਰ ਦੇ ਮੋਟੇਪਣ ਤੋਂ ਉਹਦਾ ਅਰਥ ਸਮਝ ਲਿਆ। ਅਨੁਪਲਬਧੀ ਪ੍ਰਮਾਣ ਕਹਿੰਦੇ ਨੇ, ਇਸ ਨੂੰ ਅਤੇਜਕ ਪ੍ਰਮਾਣ ਵੀ ਕਹਿੰਦੇ ਨੇ। ਪਰੰਪਰਾ ਕਹਨਾਵਤ ਜੋਈ ਤੇ ਏਤਿਆ ਕਹਿਤ ਸਭ ਕੋਈ ਗਰਭਗੰਜਨੀ ਚੈਸਾ ਹੈ। ਇਹ ਅਨੁਪਲਬਧੀ ਪ੍ਰਮਾਣ ਤੇ ਅਤੇਜਕ ਪ੍ਰਮਾਣ ਇਕੱਠਾ ਹੀ ਹੈ। ਇਸ ਪ੍ਰਕਾਰ ਵੇਦ ਸ਼ਾਸਤਰਾਂ ਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਹੋਇਆ ਵੀ ਫਲਾਣੇ ਦਰਖਤ ਦੇ ਵਿੱਚ ਪ੍ਰੇਤ ਰਹਿੰਦਾ, ਪਰ ਪਰੰਪਰਾ ਅਨੁਸਾਰ ਸਾਰੇ ਕਹਿੰਦੇ ਇਹ ਬਿਰਛ ਬੜਾ ਪੱਕਾ ਹੈ, ਇਹਦੇ ਵਿੱਚ ਕੁਛ ਰਹਿੰਦਾ, ਸਾਰੇ ਕਹਿੰਦੇ ਨਾ। ਇਸੇ ਤਰ੍ਹਾਂ ਚਾਰੇ ਵੇਦ ਚਾਰ ਪੁਕਾਰੈ ਨਾ ਤੂੰ ਮੰਨੈ, ਖਟਪੀ ਏਕਾ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਇਹ ਸਾਰੇ ਕਹਿ ਰਹੇ ਨੇ ਇਹ ਪਰੰਪਰਾ ਅਨੁਸਾਰ ਕਿ ਹਾਂ ਪਰਮੇਸ਼ਰ। ਇਸ ਕਰਕੇ ਇਹੀ ਤੇਜ ਪ੍ਰਮਾਣ ਤੇ ਇਹਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਉੱਤੇ ਵਿਸ਼ਵਾਸ ਕਰਨਾ, ਇਸੇ ਨੂੰ ਅਨੁਪਲਬਧੀ ਪ੍ਰਮਾਣ ਕਿਹਾ ਹੈ। ਵੇਖਿਆ ਰੱਬ ਕਿਸੇ ਨੇ ਨਹੀਂ, ਭਾਈ ਅਈ ਤੇਜ ਪ੍ਰਮਾਣ ਦਾ ਵਿਧੀ ਪੱਖ ਦੁਆਰਾ ਇਹ ਨਿਸ਼ਚਾ ਕੀਤਾ ਹੈ। ਹੁਣ ਇਸੇ ਨੂੰ ਖੱਟ ਪ੍ਰਮਾਣਾਂ ਦੇ ਵਿਧੀ ਪੱਖ ਦੁਆਰਾ ਸੇਵਿਆ, ਜਿਨ੍ਹਾਂ ਨੇ ਸੇਵਿਆ ਉਹਨਾਂ ਨੇ ਪਰਮੇਸ਼ਰ ਦੇ ਤੋਂ ਮਾਨ ਮੰਨਣ ਗਿਆਨ ਪਾਉਣਾ ਕੀਤਾ। ਮਾਨ ਮੰਨਣ ਗਿਆਨ ਦੁਆਰਾ ਪ੍ਰਾਪਤੀ ਕਰ ਲਈ ਹੈ ਉਸ ਵਾਹਿਗੁਰੂ ਦੀ, ਅਤੇ ਸੋਏ ਅਨਪਰ ਪ੍ਰਮਾਣ ਰੂਪ ਹੈ। ਇਸ ਪ੍ਰਕਾਰ ਇਹ ਜਿਹੜੇ ਖੱਟ ਪ੍ਰਮਾਣ ਹਨ, ਪਰ ਉਹ ਇਹਨਾਂ ਦੇ ਅਵਿਸ਼ੇ ਹੈ। ਕਿਵੇਂ ਹੈ? ਹੁਣ ਨਿਖੇਧ ਪੱਖ ਦੁਆਰਾ ਅੱਗੇ ਕਹਿੰਦੇ ਨੇ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਬ੍ਰਹਮ ਨੂੰ ਨਹੀਂ ਜਾਣਿਆ ਜਾ ਸਕਦਾ, ਕਿਉਂਕਿ ਇੰਦਰੀ ਸੇ ਅੱਖੜੀਆਂ ਬਿਆਨ ਇਹਨਾਂ ਅੱਖਾਂ ਦੁਆਰਾ ਨਹੀਂ ਦੇਖਿਆ ਜਾ ਸਕਦਾ। ਜਿੰਨੀ ਦਿਸਣ ਤੋਂ ਮਾਪਰੇ ਇੰਦਰੀ ਅਸਥੂਲ ਚੀਜ਼ ਨੂੰ ਦੇਖ ਸਕਦੇ ਨੇ, ਉਹ ਅਸਥੂਲ ਨਹੀਂ ਹੈ। ਇਸ ਕਰਕੇ ਬ੍ਰਹਮ ਨਿਰਾਕਾਰ ਹੋਣ ਕਰਕੇ ਪ੍ਰਤੱਖ ਨਹੀਂ ਹੈ। ਪ੍ਰਤੱਖ ਪ੍ਰਮਾਣ ਦਾ ਵਿਸ਼ਾ ਨਹੀਂ। ਅਨੁਮਾਨ ਪ੍ਰਮਾਣ, ਕੋਈ ਵਸਤੂ ਉਹਦੇ ਵਰਗੀ ਹੈ ਨਹੀਂ ਜਿਹਦਾ ਪ੍ਰਮਾਣ ਦਿੱਤਾ ਜਾਵੇ, ਅਨੁਮਾਨ ਲਾਇਆ ਜਾਵੇ। ਅਤੇ ਜਿਵੇਂ ਅੱਗ ਅਤੇ ਧੂਏਂ ਦਾ ਪ੍ਰਮਾਣ ਦਿੱਤਾ, ਉਹ ਅਦਵੈਤ ਸਰੂਪ ਆਤਮਾ ਹੈ। ਇਸ ਪ੍ਰਕਾਰ ਅਨੁਮਾਨ ਪ੍ਰਮਾਣ ਦੇ ਵੀ ਅਵਿਸ਼ੇ ਹੈ। ਉਪਮਾਨ ਪ੍ਰਮਾਣ, ਕਿਆ ਉਪਮਾ ਤੇਰੀ ਆਖੀ ਜਾਏ, ਉਹਦੇ ਵਰਗਾ ਕੋਈ ਹੋਵੇ ਤਾਂ ਉਹਦਾ ਪ੍ਰਮਾਣ ਦਈਏ। ਗਾਂ ਵਰਗਾ ਤਾਂ ਰੋਜ਼ ਹੈਗਾ ਤਾਂ ਪ੍ਰਮਾਣ, ਤੇ ਰੱਬ ਵਰਗਾ ਕੋਈ ਰੱਬ ਹੈ ਨਹੀਂ, ਇਹ ਵੀ ਫੇਲ ਹੈ। ਅਰਥਾਪਤੀ ਪ੍ਰਮਾਣ, ਮੋਟਾ ਦੇਖ ਕੇ ਪ੍ਰਮਾਣ ਲਾ ਗਿਆ, ਸਥੂਲ ਸਰੀਰ ਦੇਖ ਕੇ ਉਹਦਾ ਗਿਆਨ ਹੋ ਗਿਆ, ਪਰ ਜਿਹੜੀ ਆਤਮਾ ਹੈ ਉਸ ਦਾ ਬਹੁਤ ਭੇਦ ਕਰਕੇ ਜਾਣਿਆ ਨਹੀਂ ਜਾ ਸਕਦਾ। ਉਹ ਬ੍ਰਹਮ ਹੈ, ਉਹ ਤਾਂ ਮਨ ਬਾਣੀ ਤੇ ਅਵਿਸ਼ੇ ਹੈ। ਅਨੁਪਲਬਧੀ ਪ੍ਰਮਾਣ ਪੰਜਵਾਂ, ਉਹਦੇ ਵੀ ਅਵਿਸ਼ੇ ਹੈ, ਕਿਉਂਕਿ ਬ੍ਰਹਮ ਦਾ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ। ਤੋ ਇਸ ਕਰਕੇ ਉਹ ਸਰਬ ਵਿਆਪੀ ਹੈ, ਅਤੇ ਭੂਤਕਾਲ ਭਵਿੱਤਕਾਲ ਇਹਨਾਂ ਸਮਿਆਂ ਦੇ ਵਿੱਚ ਵੀ ਇਹਨਾਂ ਦੀ ਵੰਡ 'ਚ ਨਹੀਂ ਆਉਂਦਾ। ਜਲ ਥਲ ਮਹੀ ਹਰਪੂਰਿਆ ਸਵਾਮੀ ਸਿਰਜਨਹਾਰ। ਸ਼ਬਦ ਪ੍ਰਮਾਣ, ਸ਼ਬਦ ਪ੍ਰਮਾਣ ਕਰਕੇ ਵਿਸ਼ੇ ਹੈ। ਕਥਨ ਕਹਨ ਕੋ ਸੋਜੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਅਗਮ ਅਨੰਤ ਅਨਾਦ ਆਦ, ਜਿਸ ਕੋਏ ਨ ਜਾਣੈ। ਇਸ ਕਰਕੇ ਉਹ ਬ੍ਰਹਮ ਪ੍ਰਮਾਣ ਦੇ ਵਿਸ਼ੇ ਹੈ। ਸੋਏ ਅਨੁਭਵ ਪ੍ਰਕਾਸ਼ ਰੂਪ ਇੱਕ ਬ੍ਰਹਮ ਹੈ। ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ, ਐਸਾ ਵਾਹਿਗੁਰੂ ਹੈ ਜੀ। ਨਾਨਕ ਗਾਵੀਐ ਗੁਣੀ ਨਿਧਾਨ। ਗੁਰੂ ਸਾਹਿਬ ਜੀ ਕਹਿੰਦੇ ਨੇ ਗੁਣੀ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਉਸ ਦੇ ਜਸ ਨੂੰ ਗੁਰਾਂ ਦੁਆਰਾ ਗਾਵੀਏ, ਗਾਉਣਾ ਕਰੀਏ, ਅਭਿਆਸ ਕਰੀਏ। ਜਾਂ ਫਿਰ ਸਤਿਗੁਰੂ ਜੀ ਦੇ ਜੋ ਗੁਣੀ ਗੁਣਾਂ ਦੇ ਨਿਧਾਨ ਖਜ਼ਾਨੇ ਨੇ ਸਤਿਗੁਰੂ, ਉਹ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਲਖਣਾ ਬਿਰਤੀ ਦੁਆਰਾ ਗਾਵੀਏ। ਜੋ ਹੋਰ ਸ਼ਕਤੀ ਬਿਰਤੀ ਕਰਕੇ ਤਾਂ ਉਹ ਆਖ ਹੀ ਨਹੀਂ ਸਕਦੇ। ਲਖਣਾ ਬਿਰਤੀ ਦੁਆਰਾ ਉਹਨੂੰ ਜਾਣਨਾ ਕਰੀਏ, ਲਖਣਾ ਕਰੀਏ, ਉਚਾਰਨ ਕਰੀਏ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਜਿਹੜੇ ਸਮੇਂ ਦਾ ਵਾਹਿਗੁਰੂ ਦਾ ਜਸ ਗਾਵੀਏ, ਗਾਉਣਾ ਕਰੀਏ, ਉਸ ਸਮੇਂ ਕੀ ਕਰਨਾ? ਹਿਰਦੇ 'ਚ ਪ੍ਰੇਮ ਧਾਰਨ ਕਰਕੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੀਏ, ਸਰਵਣ ਕਰੀਏ। ਸਰਵਣ ਕਿਸ ਨੂੰ ਕਹਿੰਦੇ ਨੇ? ਇੱਕ ਅਦਵੈਤ ਸਰੂਪ ਜਿਹੜਾ ਬ੍ਰਹਮ ਹੈ, ਉਹਦੇ ਸਿਧਾਂਤ ਨੂੰ ਨਿਸ਼ਚੇ ਕਰਨ ਦਾ ਨਾਮ ਸਰਵਣ ਹੈ। ਅਗਮ ਨਿਗਮ ਕਹੇ ਜਨ ਨਾਨਕ, ਸਭ ਦੇਖੈ ਲੋਕ ਸਭਾਏ। ਇਤਿਆਦਿਕ ਜਿਹੜੇ ਮਹਾਂਵਾਗ ਜਾਂ ਵੇਦ ਸ਼ਾਸਤਰਾਂ ਦੇ ਅੰਦਰ ਉਹਨਾਂ ਦੇ ਪਾਠ ਸੰਕੇਤਾਂ ਰਾਹੀਂ ਅਰਥ ਸਿਧਾਂਤ ਨੂੰ ਨਿਸ਼ਚੇ ਕਰਨ ਵਾਲੇ ਉਹਦੇ ਲੱਛਣ ਦਾ ਸਰਵਣ ਦੋ ਪ੍ਰਕਾਰ ਦਾ ਹੁੰਦਾ ਹੈ। ਅਤੇ ਗੁਰੂ ਸਾਹਿਬ ਜਿਹੜੇ ਮਹਾਂਵਾਕ ਨੇ, ਸਰਵਣ ਕਰਨ ਨਾਲ ਆਤਮਾ ਦਾ ਬ੍ਰਹਮ ਰੂਪ ਹੋਣ ਦਾ ਨਿਸ਼ਚਾ ਹੋ ਜਾਂਦਾ ਹੈ ਕਿ ਮੇਰਾ ਆਤਮਾ ਬ੍ਰਹਮ ਰੂਪ ਹੈ।
ਤੂੰ ਸਦਾ ਸਲਾਮਤ ਨਿਰੰਕਾਰ। ਤੇ ਗੁਰੂ ਦੇ ਬਚਨਾਂ ਨੰਬਰ 2, ਗੁਰੂ ਦੇ ਬਚਨਾਂ ਦਾ 6 ਪ੍ਰਕਾਰ ਚਿੰਨ੍ਹਾਂ ਦੇ ਨਾਲ ਅਦੁੱਤੀ ਸਤ ਸਰੂਪ ਬ੍ਰਹਮ, ਉਹਦੇ ਵਿੱਚ ਸਾਰੇ ਬਚਨਾਂ ਨੂੰ ਸਿਧਾਂਤ ਜਨ ਰੂਪ ਸਰਵਣ ਹੈ। ਸਰਵਣ ਦੇ ਖੱਟੇ ਨੇ ਮੰਨੇ, ਉਪਕਰਨ ਉਪਸੰਹਾਰ, ਉਹ ਹੁੰਦਾ ਜਿੱਥੋਂ ਪ੍ਰਸੰਗ ਸ਼ੁਰੂ ਕੀਤਾ ਉੱਥੇ ਲਿਆ ਕੇ ਸਮਾਪਤ ਕਰ ਦਿੱਤਾ। ਜਿਹੜੇ ਅੱਖਰ ਤੋਂ ਸ਼ੁਰੂ ਕੀਤਾ ਉਸ ਅੱਖਰ 'ਤੇ ਲਿਆ ਕੇ ਸਮਾਪਤ ਕਰਤਾ। ਜਿਵੇਂ ਸੱਸੇ ਅੱਖਰ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ਼ੁਰੂ ਹੁੰਦਾ, ਇੱਕ ਓਅੰਕਾਰ ਮੰਗਲ ਰੂਪ ਛੱਡ ਦਿਓ, ਅੱਗੇ ਸਤਨਾਮ, ਸਤਨਾਮ ਦੇ ਮੂਹਰੇ ਸੱਸਾ ਹੈ। ਅਤੇ ਜਦੋਂ ਰਾਗਮਾਲਾ ਦੇ ਅਖੀਰਲਾ ਸ਼ਬਦ ਲਓਗੇ ਉਹ ਵੀ ਸੱਸਾ ਮੁਕਤਾ ਅਤੇ ਉਹ ਵੀ ਸੱਸਾ ਮੁਕਤਾ। 18 10 20 ਸੱਸਾ ਸਤਨਾਮ ਵਾਲਾ, ਸੱਸਾ 18 10 20, ਇਹਨੂੰ ਕਹਿੰਦੇ ਉਪਕਰਨ ਉਪਸੰਹਾਰ, ਉੱਥੇ ਲਿਆ ਕੇ ਸਮਾਪਤੀ ਕਰ ਦਿੱਤੀ ਹੈ। ਦੂਸਰਾ ਅਭਿਆਸ, ਬਾਰ ਬਾਰ ਅਦਵੈ ਸਰੂਪ ਬ੍ਰਹਮ ਦਾ ਚਿੰਤਨ ਕਰਨਾ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਇਹ ਅਭਿਆਸ ਹੈ। ਅਪੂਰਵਤਾ, ਸਤਿਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਅਪੂਰਵਤਾ, ਅਨੋਖਾਪਣ, ਭਾਈ ਰੇ ਗੁਰੂ ਬਿਨ ਗਿਆਨ ਨਾ ਹੋਏ। ਕੋਈ ਕਿਤਨੇ ਕਰਮ ਕਾਂਡ ਕਰ ਲਵੇ, ਵੇਦ ਸ਼ਾਸਤਰ ਪੜ੍ਹ ਲਵੇ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਕਿਉਂਕਿ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਪੂੰਜੀ ਗੁਰ ਸੋਂ ਪਾਈ, ਗੁਰੂ ਨੂੰ ਚੌਂਕੀ ਦੇ। ਅਨ ਕੋ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਨਾਈ। ਫਲ ਕੀ ਹੈ? ਗਿਆਨ ਦੀ ਪ੍ਰਾਪਤੀ ਰੂਪੀ ਫਲ। ਅਰਥਾਵਾਦ, ਅਦਵੈਤ ਬ੍ਰਹਮ ਦੇ ਸਰਵਣ ਕਰਨ ਦੇ ਨਾਲ ਉਹਦੇ ਮਹਾਤਮ, ਉਹਦੇ ਅਰਥ ਵਿੱਚ ਚਿੱਤ ਬਿਰਤੀ ਨੂੰ ਲਾਉਣਾ। ਨੀਚੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਅਤੇ ਉਤਪਤੀ, ਜੁਗਤੀ, ਦਲੀਲ ਅਤੇ ਅਦਵੈਤਵਾਦ ਦੇ ਕਥਨ ਕਰਨ ਦੀ ਜਿਹੜੀ ਯੁਗਤੀ ਹੈ, ਦਲੀਲ ਹੈ ਜਿਹੜੀ, ਉਹਨੂੰ ਉਤਪਤੀ ਕਹਿੰਦੇ ਨੇ। ਹਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ, ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਇਹ 6 ਪ੍ਰਕਾਰ ਦੇ ਜਿਹੜੇ ਚਿੰਨ੍ਹ ਸਰਵਣ ਦੇ। ਦੂਸਰਾ ਸਰਵਣ ਦਾ ਕਰਨਾ ਕਿ ਜਿਸ ਪ੍ਰਕਾਰ ਖਟ ਚਿੰਨ੍ਹਾਂ ਦੇ ਸਹਿ ਸਰਵਣ ਕੀਤਾ, ਫਿਰ ਮਨ ਮੰਨਣ ਕੀਤਾ। ਜੀਵਨ ਬ੍ਰਹਮ ਅਭੇਦ ਦੀਆਂ ਸਾਧਕ ਅਤੇ ਭੇਦ ਦੀਆਂ ਬਾਧਕ ਜੋਤੀਆਂ, ਉਹਨਾਂ ਦੇ ਨਾਲ ਅਦਵੈ ਸਰੂਪ ਬ੍ਰਹਮ ਚਿੰਤਨ ਕਰਨ ਨੂੰ ਮੰਨਣ ਕਹਿੰਦੇ ਨੇ। ਭੇਦ ਦੀਆਂ ਸਾਧਕ ਜੁਗਤੀਆਂ ਉਹ ਕਿਹੜੀਆਂ ਨੇ? ਜਿਨ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਓਏ ਨਰਾ। ਅਤੇ ਵਿਚਾਰ ਸਾਗਰ ਵਾਲਾ ਕਹਿੰਦੇ, ਜੋ ਦੁਤੀਆ ਕੋ ਮਨ ਮੈਂ ਤਾਰੈ, ਪੈ ਤਾ ਕੋ ਜੈ ਭੇਦ ਉਚਾਰੈ। ਦੁਤੀਆ ਪਹਿੰ ਭਵਤੀ, ਅਭੇਦ ਦੀਆਂ ਸਾਧਕ ਜੁਗਤੀਆਂ ਕਿਹੜੀਆਂ? ਸਗਲ ਬਨਸਪਤ ਮਹਿ ਬਿਸੰਤਰ, ਸਗਲ ਦੂਧ ਮਹਿ ਘੀਆ। ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਹ ਜਿਹੜੇ ਇਹੋ ਜਿਹੇ ਬਚਨ, ਇਹਨਾਂ ਨੂੰ ਮੰਨਣ ਕਰਨਾ। ਫਿਰ ਰੱਖੀ ਹੈ, ਰੱਖੀ ਦਾ ਭਾਵ ਹੈ ਨਿਧਿਆਸਨ ਕਰਨਾ। ਅਨਾਤਮਾਕਾਰ ਬਿਰਤੀ ਜਿਹੜੀ ਹੈ ਨਾ, ਅਨਜਮਾ ਆਤਮਾ, ਆਪਣੇ ਸੁੱਧ ਸਰੂਪ ਆਤਮਾ ਤੋਂ ਰਹਿਤ ਜੋ ਸੰਸਾਰੀ ਬਿਰਤੀ ਹੈ, ਉਹ ਤੋਂ ਉਲਟ ਵਿਵਧਾ ਤਾਨ ਪਰਦੇ ਤੋਂ ਰਹਿਤ ਬ੍ਰਹਮਾਕਾਰ ਭਾਵ ਆਪਣੇ ਸੁੱਧ ਸਰੂਪ ਵਿੱਚ ਬਿਰਤੀ ਦਾ ਇਸਤਤ ਹੋਣਾ ਨਿਧਿਆਸਨ ਕਹਾਉਂਦਾ ਹੈ। ਜੋ ਅਗਿਆਨ ਦੀ ਪ੍ਰਾਪਤੀ ਕਰਨ ਵਾਲੀ ਵਿਜਾਤੀ ਬਿਰਤੀ ਹੈ, ਉਹਦਾ ਤਿਆਗ ਕਰਨਾ। ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀ ਸਜਾਤੀ ਬਿਰਤੀ ਹੈ, ਉਹਦਾ ਗ੍ਰਹਿਣ ਕਰਨਾ। ਇਹਨੂੰ ਕਹਿੰਦੇ ਨਿਧਿਆਸਨ। ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ, ਨਾਮ ਨਾਨ ਇਸ਼ਨਾਨ ਦ੍ਰਿੜਾਇਆ। ਭਾਈ ਗੁਰਦਾਸ ਸਾਹਿਬ ਜੀ। ਤੋ ਇਸ ਕਰਕੇ ਗਾਵੀਏ, ਗਾਉਣਾ ਕਰੀਏ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ, ਸਰਵਣ ਕਰੀਏ, ਮਨ ਮੰਨਣ ਕਰੀਏ, ਫਿਰ ਰੱਖੀਏ, ਨਿਧਿਆਸਨ ਕਰੀਏ, ਪਰਮਾਤਮਾ ਦੇ ਸਰੂਪ ਦਾ ਭਾਵ ਪ੍ਰਕਾਸ਼ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੂੰ ਫਿਰ ਉਹਨਾਂ ਨੇ ਕਿ ਫਿਰ ਫਲ ਦੀ ਪ੍ਰਾਪਤੀ ਕੀ ਹੁੰਦੀ ਹੈ ਦੱਸਦੇ ਹਨ ਜੀ। ਦੁਖ ਪਰ ਹਰ ਸੁਖ ਘਰ ਲੈ ਜਾਏ। ਮਹਾਰਾਜ ਕਹਿੰਦੇ ਨੇ ਫਿਰ ਜੰਮਣ ਮਰਨ ਦਾ ਦੁੱਖ ਹੈ ਜਿਹੜਾ ਕਸ਼ਟ, ਉਹ ਸਾਰੇ ਪਰ ਹਰ ਕੀ ਨਾਸ ਹੋ ਜਾਂਦੇ ਨੇ। ਸੁਖ ਰੂਪ ਵਾਹਿਗੁਰੂ ਪਰਮਾਨੰਦ ਸਰੂਪ ਹੈ ਅਤੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਘਰ ਸਰੂਪ ਵਿੱਚ ਬਿਰਤੀ ਲੈ ਹੋ ਜਾਂਦੀ ਹੈ। ਸੁਖ ਜਿਹੜਾ ਸੁਖ ਰੂਪ ਤੁਰੀਆ ਪਦ ਹੈ, ਇਹੀ ਅਸਲੀ ਘਰ ਹੈ। ਇਹਨੂੰ ਕਹਿੰਦੇ ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ। ਉਹਦੇ 'ਚ ਇਸਤਤ ਹੋ ਜਾਂਦਾ ਹੈ। ਅਗਿਆਨ ਤੋਂ ਪੈਦਾ ਹੋਏ ਸਾਰੇ ਦੁੱਖ ਨਿਮਿਰਤ ਹੋ ਜਾਂਦੇ ਨੇ। ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਸੱਚਖੰਡ ਦੀ ਪ੍ਰਾਪਤੀ ਹੈ। ਇਸੇ ਨੂੰ ਤਾਂ ਮੁਕਤ ਕਹਿੰਦੇ ਨੇ। ਅਤੇ ਇਸ ਕਰਕੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ। ਹੁਣ ਸਿੱਧਾ ਨੇ ਪ੍ਰਸ਼ਨ ਕੀਤਾ ਹੈ ਕਿ ਸਤਿਗੁਰੂ ਜੀ ਜਿਹੜੇ ਗੁਰਮੁਖ ਗਿਆਨ ਦੀ ਪ੍ਰਾਪਤੀ ਵਾਲੇ ਨੇ, ਇਹ ਪ੍ਰਸ਼ਨ ਹੈ, ਉਹ ਕਿਹੜੇ ਸਾਧਨ ਕਰਦੇ ਨੇ? ਅਤੇ ਅੱਗੇ ਦੱਸਦੇ ਨੇ ਮਹਾਰਾਜ ਜੀ, ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਏ। ਗੁਰਸਿੱਖਾਂ ਨੂੰ ਵੀ ਪ੍ਰਸ਼ਨ ਦੇ ਉੱਤਰ ਤੇ ਸਿੱਧਾ ਨੂੰ ਵੀ, ਉਹ ਗੁਰਮੁਖ ਮਨ ਨੂੰ ਵਸ ਕਰਨ ਦੇ ਵਾਸਤੇ, ਟਿਕਾਉਣ ਦੇ ਲਈ ਨਾਦਮ ਸ਼ਬਦਾਂ ਦਾ ਕੀਰਤਨ ਕਰਦੇ ਆ।
ਜਦੋਂ ਮਨ ਕੀਰਤਨ ਵੱਲੋਂ ਥੱਕ ਜਾਂਦਾ ਹੈ, ਉਦੋਂ ਗੁਰਮੁਖ ਗੁਰਾਂ ਦੁਆਰੇ ਵੇਦੰ, ਉਹ ਫਿਰ ਆਪਣੇ ਸੁੱਧ ਸਰੂਪ ਦਾ ਵੇਦੰ ਕੀ ਹੈ, ਗਿਆਨ ਦੀ ਵਿਚਾਰ, ਗੁਰਬਾਣੀ ਦੇ ਅਰਥਾਂ ਦੀ ਵਿਚਾਰ, ਗੁਰੂ ਦੇ ਉਪਦੇਸ਼ ਦੀ ਵਿਚਾਰ, ਤੇ ਕਥਾ ਔਰ ਕੀਰਤਨ, ਇਹ ਦੋਨੇ ਸਾਧਨ। ਜੇ ਇਹ ਤੋਂ ਵੀ ਮਨ ਥੱਕ ਜਵੇ ਤੇ ਗੁਰਮੁਖਾਂ ਦਾ ਮਨ ਨਿਰਵਿਕਲ ਸਮਾਧੀ ਦੇ ਵਿੱਚ ਸਮਾ ਰਹਿੰਦਾ ਹੈ। ਇਹਨਾਂ ਹਾਲਤਾਂ ਦੇ ਵਿੱਚ ਗੁਰਮੁਖਾਂ ਦਾ ਮਨ ਜਿਹੜਾ ਉਹ ਬਸ ਵਿੱਚ ਆ ਜਾਂਦਾ ਹੈ। ਗਿਆਨ ਧਿਆਨ ਸਿਮਰਨ ਮਿਲੇ ਵੀ ਅਪਿਓ ਅਸੋਗੀ। ਉਹ ਗੁਰਮੁਖ ਜਨ ਆਪਣੇ ਸਰੂਪ ਦੇ ਗੀਤ ਗਾਉਂਦੇ ਨੇ, ਆਪਣੇ ਨਿਜ ਸਰੂਪ ਦਾ ਹੀ ਧਿਆਨ ਧਰਦੇ ਨੇ। ਉਹ ਆਪਣੇ ਮਨ ਨੂੰ ਇਸ ਤਰ੍ਹਾਂ ਬਸ ਕਰਦੇ ਆ, ਕੈ ਸਰੂਪ ਗੀਤ ਗਾਵੈ, ਕੈ ਸਰੂਪ ਧਿਆਨ ਲਾਵੈ, ਸਾਰ ਕਿਤਾਬ ਵਿੱਚ ਕਿਹਾ। ਹਰ ਸਮੇਂ ਗੁਰਮੁਖ ਪਿਆਰਿਆਂ ਦਾ ਜਿਹੜਾ ਮਨ ਹੈ ਪਰਮਾਤਮਾ 'ਚ ਸਮਾਇਆ ਰਹਿੰਦਾ, ਮਿਲਿਆ ਰਹਿੰਦਾ। ਇਸ ਢੰਗ ਦੇ ਨਾਲ ਗੁਰਮੁਖ ਅਭਿਆਸ ਕਰਦੇ ਨੇ, ਗੁਰਮੁਖ ਕੀਰਤਨ ਕਰਦੇ ਨੇ, ਜਾਂ ਸਰੂਪ ਦੀ ਵਿਚਾਰ ਕਰਦੇ ਨੇ, ਕਥਾ ਕਰਦੇ ਨੇ, ਜਾਂ ਆਪਣੀ ਬਿਰਤੀ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਰੱਖਦੇ ਨੇ। ਸਤਿਗੁਰੂ ਜੀ ਦੇ ਪਾਵਨ ਮੁਖ ਤੋਂ ਹੀ ਨਾਦੰ ਕੀ ਇਹ ਸ਼ਬਦ ਉਪਦੇਸ਼ ਗੁਰਸਿੱਖਾਂ ਨੇ ਸਰਵਣ ਕੀਤਾ। ਅਧਿਕਾਰੀ, ਗੁਰਮੁਖ ਅਧਿਕਾਰੀ ਨੇ ਬੇਦੰਗ ਵਿਚਾਰ ਕੀਤੀ। ਜਾਂ ਗੁਰਮੁਖ ਮੁਖੀ ਗੁਰੂ ਸਾਹਿਬ, ਉਹ ਬ੍ਰਹਮ ਸਰੂਪ ਹੈ, ਗੁਰਸਿੱਖ ਦਾ ਚਿੱਤ ਉਹਦੇ ਸਮਾ ਰਿਹਾ ਹੈ। ਉਹ ਗੁਰਮੁਖ ਭੇਦ ਹੋ ਜਾਂਦੇ ਨੇ, ਏਕਤਾ ਹੋ ਜਾਂਦੀ ਹੈ, ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ ਪਦ ਦੇ ਇਹ ਤਿੰਨ ਅਰਥ, ਸਤਿਗੁਰੂ ਤੇ ਵੀ ਗੁਰਮੁਖ ਪਦ ਵਰਤਿਆ ਹੈ, ਅਧਿਕਾਰੀ ਤੋਂ ਵੀ, ਗੁਰਮੁਖ ਮੁਖੀ ਚੇਤਨ ਸਰੂਪ ਵਾਹਿਗੁਰੂ ਤੇ ਵੀ ਵਰਤਿਆ ਹੈ। ਹੁਣ ਪ੍ਰਸ਼ਨ ਹੈ, ਗੁਰਮੁਖ ਜਨ ਗਿਆਨ ਦੀ ਪ੍ਰਾਪਤੀ ਕਰਕੇ ਜਿਸ ਪਰਮੇਸ਼ਰ ਭੇਦ ਹੋਏ ਨੇ, ਉਹ ਪਰਮੇਸ਼ਰ ਜਿਹੜੇ ਤਿੰਨ ਦੇਵਤੇ ਨੇ, ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਤੋਂ ਵੀ ਵੱਡਾ ਹੈ। ਮੁੜ ਕੇ ਉੱਥੇ ਕਹਾਣੀ ਫੇਰ ਲੈ ਆਉਂਦੇ। ਉਹਦਾ ਉੱਤਰ ਦਿੰਦੇ ਹਨ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਏ। ਇਹ ਗੁਰਸਿੱਖਾਂ, ਉਹ ਅਕਾਲ ਪੁਰਖ ਈਸ਼ਰ ਸ਼ਿਵ ਜੀ ਦਾ ਵੀ ਗੁਰੂ ਪੂਜਨੀਕ ਹੈ, ਵਿਸ਼ਨੂੰ ਦਾ ਵੀ ਪੂਜਨੀਕ ਹੈ, ਗੋਰਖ ਵਿਸ਼ਨੂੰ ਨੂੰ ਕਿਹਾ, ਬ੍ਰਹਮਾ ਦਾ ਵੀ ਉਹ ਪੂਜਨੀਕ ਹੈ, ਉਹਨਾਂ ਦੀਆਂ ਘਰ ਵਾਲੀਆਂ ਸ਼ਕਤੀਆਂ ਦਾ ਵੀ, ਪਾਰਵਤੀ, ਲక్ష్ਮੀ ਤੇ ਸਰਸਵਤੀ ਦਾ ਗੁਰ ਕੀ ਇਹ ਪੂਜਨੀਕ ਹੈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਏ। ਤੇ ਹੁਣ ਜੇ ਗੁਰਸਿੱਖਾ ਅਸੀਂ ਵਾਹਿਗੁਰੂ ਦੇ ਸੁੱਧ ਸਰੂਪ ਕਰਕੇ ਜਾਣਦੇ ਤਾਂ ਹਾਂ, ਕਥਨ ਨਹੀਂ ਕਰਦੇ। ਪ੍ਰਸ਼ਨ, ਸਤਿਗੁਰੂ ਜੀ ਕਿਉਂ ਕਥਨ ਕਿਉਂ ਨਹੀਂ ਕਰਦੇ ਤੁਸੀਂ? ਕਹਿੰਦੇ ਗੁਰਸਿੱਖਾ, ਸ਼ਕਤੀ ਬਿਰਤੀ ਕਰਕੇ ਕਿਹਾ ਨਹੀਂ ਜਾਂਦਾ, ਤੇ ਲਖਣਾ ਬਿਰਤੀ ਕਰਕੇ ਬ੍ਰਹਮ ਦਾ ਲਖਣਾ ਹੁੰਦਾ ਹੈ। ਇਸ ਕਰਕੇ ਤਾਂ ਕਿਹਾ ਵੀ ਕਥਨ ਨਾ ਜਾਈ। ਅੱਗੇ ਦੱਸਦੇ ਹਨ, ਗੁਰਾ ਇੱਕ ਦੇਹ ਬੁਝਾਈ। ਹੁਣ ਸ਼ਬਦ ਦੀ ਸਮਾਪਤੀ ਤੇ ਵਿਚਾਰ ਚਲੀ ਗਈ ਹੈ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰਾ, ਗੁਰੂ ਸਾਹਿਬ ਜੀ ਨੇ ਇੱਕੋ ਹੀ ਲਖਣਾ ਬਿਰਤੀ ਦੁਆਰਾ ਇਸ ਵਾਹਿਗੁਰੂ ਦਾ ਜਾਣਨਾ ਬੁਝਾਈ ਸਮਝਾ ਦਿੱਤਾ ਹੈ। ਜੋ ਅਖੰਡ ਚੇਤਨ ਦੇਹ ਦੇਹੀ ਹੈ, ਜੋ ਅਖੰਡ ਚੇਤਨ ਦੇਹ ਉਹਦਾ, ਇਹ ਕਿਰਪਾ ਕਰਕੇ ਗੁਰਾਂ ਨੇ ਸਿੱਖਿਆ ਦੁਆਰਾ ਬੁਝਾਈ ਸਮਝਾ ਦਿੱਤਾ ਹੈ ਕਿ ਉਹਦਾ ਸਰੂਪ ਦੇ ਕੀ ਹੈ, ਐਸਾ ਸਤ ਚੇਤਨ ਆਨੰਦ ਹੈ, ਐਸਾ ਪਰਮੇਸ਼ਰ ਹੈ। ਸਿੱਖ ਨੂੰ ਇਹ ਸਮਝਾ ਦਿੱਤਾ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਏ। ਸਭਨਾ ਸਾਰਿਆਂ ਜੀਵਾਂ ਦਾ ਇੱਕੋ ਇੱਕ ਅਦਵੈਤ ਸਰੂਪ ਪਰਮੇਸ਼ਰ ਹੀ ਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਸੋ ਉਹ ਮੈਂ, ਮੇਰਾ ਆਪਣਾ ਸਰੂਪ ਹੈ। ਤਤ ਤੁਹ ਅਸੀਂ, ਤਤ ਪਦ ਈਸ਼ ਜੀਵ, ਤੁਮ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੈ ਭੇਦ ਤਿਨੈ ਏਕੈ ਭੇਦ ਬਤਾਵੈ। ਇਹ ਲਖਣ ਦੇ ਕੇ ਨਿਸ਼ਚਾ ਕੀਤਾ, ਨਿਹਾ ਕਿ ਅਹੰ ਬ੍ਰਹਮ ਨਿਸ਼ਚੈ ਹੋ ਗਿਆ। ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਜੀ ਉਹ ਸਰੂਪ ਕਦੀ ਫਿਰ ਭੁੱਲ ਵੀ ਜਾਂਦਾ। ਕਦੇ ਸਿੱਖ ਨੇ ਪ੍ਰਸ਼ਨ ਕੀਤਾ ਤੇ ਮਹਾਰਾਜ ਕਹਿੰਦੇ ਨੇ, ਉਹ ਸਰੂਪ ਅੱਠੇ ਪਹਿਰ ਬਿਸਰ ਭੁੱਲਦਾ ਨਾ ਕਿ ਇਹ ਨਹੀਂ ਜਾਂਦਾ। ਹਰ ਸਮੇਂ ਸਾਖਸ਼ਾਤ ਜਦੋਂ ਇੱਕ ਵਾਰੀ ਹੋ ਗਿਆ ਜਾਂ ਤਾਂ ਹੁੰਦਾ ਹੀ ਨਹੀਂ, ਜੇ ਸਾਖਸ਼ਾਤ ਹੋ ਗਿਆ ਫਿਰ ਕਦੇ ਭੁੱਲਦਾ ਨਹੀਂ, ਹਰ ਸਮੇਂ ਚੇਤੇ ਰਹਿੰਦਾ ਹੈ, ਉਹ ਭੁੱਲਦਾ ਨਹੀਂ ਹੈ। ਇਹ ਜਿਹੜੀ ਪੰਜਵੀਂ ਪੌੜੀ ਹੈ, ਜਿਹਦੀ ਅੰਤਰੀਵ ਤੇ ਵਾਹਜ ਅਰਥ ਤੁਸੀਂ ਸੁਣਿਆ ਹੈ, ਇਹਦਾ ਮੁੱਖ ਭਾਵ ਸੁਣ ਲਓ ਸੰਖੇਪ ਦੇ ਨਾਲ। ਪੰਜਵੀਂ ਪੌੜੀ ਦੇ ਵਿੱਚ ਕਥਨ ਕੀਤਾ ਕਿ ਪ੍ਰਮਾਤਮਾ ਕਿਸੇ ਦਾ ਗੱਦੀ ਨਸ਼ੀਨ, ਕਿਸੇ ਦਾ ਚੇਲਾ ਜਿਵੇਂ ਸਥਾਪਨ ਕੀਤਾ ਜਾਂਦਾ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਜਿਵੇਂ ਮਾਤਾ ਪਿਤਾ ਤੋਂ ਪੁੱਤਰ ਪੈਦਾ, ਸੰਤਾਨ ਪੈਦਾ ਹੁੰਦੀ ਹੈ, ਉਹ ਕਿਸੇ ਦਾ ਪੈਦਾ ਨਹੀਂ ਕੀਤਾ ਹੋਇਆ, ਨਾ ਕਿਸੇ ਦਾ ਥਾਪਿਆ ਹੋਇਆ, ਨਾ ਧਿਆਨ ਦਾ ਵਿਸ਼ਾ ਹੈ, ਨਾ ਕਾਗਜ਼ਾਂ, ਪੱਥਰ, ਲੋਹੇ, ਮਿੱਟੀ ਆਦਿ ਦੀ ਮੂਰਤ ਜਿਵੇਂ ਸਥਾਪਨ ਕੀਤੀ ਜਾਂਦੀ ਹੈ, ਉਹ ਸਰੂਪ ਨਹੀਂ ਹੈ। ਤੇ ਇਸ ਕਰਕੇ ਐਸਾ ਜਿਹੜਾ
ਪਦਾਰਥਾਕਾਰ ਝੂਠੇ ਪਦਾਰਥਾਂ ਨੂੰ ਨਿਸ਼ਚੈ ਕਰਨ ਵਾਲੀ ਬਿਰਤੀ ਨਾਲ ਉਹ ਪਰਮਾਤਮਾ ਦਾ ਅਭਿਆਸ ਨਹੀਂ ਕੀਤਾ ਜਾਂਦਾ। ਉਹ ਆਪੇ ਆਪ ਸੁੱਧ ਸਰੂਪ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਬ੍ਰਹਮਾਕਾਰ ਬਿਰਤੀ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੇ ਗੁਰੂ ਦੁਆਰਾ ਧਿਆਇਆ ਉਹਨਾਂ ਨੇ ਪਰਮਾਤਮਾ ਨੂੰ ਸੱਚਖੰਡ ਵਿੱਚ, ਪਰਮਾਤਮਾ ਦੇ ਸੱਚਖੰਡ ਵਿੱਚ ਵਡਿਆਈਆਂ ਪ੍ਰਾਪਤ ਕਰ ਲਈਆਂ। ਪਰਮਾਤਮਾ ਨੂੰ ਪ੍ਰਤੱਖ ਜੀਵ ਨਾਲ ਜਾਂ ਪ੍ਰੀਤ ਰੂਪੀ ਜੀਵ ਦੇ ਨਾਲ ਗਾਉਣਾ ਚਾਹੀਦਾ। ਉਸ ਵੇਲੇ ਮਨ ਨੂੰ ਪ੍ਰੇਮ ਵਿੱਚ ਰੱਖਣਾ ਚਾਹੀਦਾ ਹੈ। ਨਿਸ਼ਚੈ ਰੂਪ ਕੰਨਾਂ ਨਾਲ ਸੁਣਨਾ ਚਾਹੀਦਾ ਹੈ। ਸਾਰੇ ਦੁੱਖ ਮਿਟ ਜਾਂਦੇ ਨੇ। ਜਿਗਿਆਸੂ ਆਪਣੇ ਆਤਮਿਕ ਸਰੂਪ ਰੂਪੀ ਘਰ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਆਪਣੇ ਨਿਜ ਘਰ ਮਹਿਲ ਚਲਿਆ ਜਾਂਦਾ ਹੈ। ਗੁਰਮੁਖਾਂ ਦਾ ਇਹ ਸੁਭਾਅ ਹੈ। ਜਾਂ ਕੀਰਤਨ ਕਰਦੇ ਰਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਵਿਚਾਰ ਜਾਂ ਫਿਰ ਵਿਚਾਰ ਕਥਾ ਰੂਪ ਦੁਆਰਾ ਕਰਦੇ ਨੇ, ਉਹਦੇ ਸਰੂਪ ਵਿੱਚ ਬਿਰਤੀ ਨੂੰ ਲੀਨ ਰੱਖਦੇ ਨੇ। ਉਹ ਅਕਾਲ ਪੁਰਖ ਸ਼ਿਵ ਜੀ ਦਾ ਵੀ ਗੁਰੂ ਹੈ, ਵਿਸ਼ਨੂੰ ਜੀ ਦਾ ਵੀ ਗੁਰੂ ਹੈ, ਬ੍ਰਹਮਾ ਦਾ ਵੀ ਦਾ ਗੁਰੂ ਹੈ, ਸ਼ਕਤੀਆਂ ਦਾ ਪਾਰਵਤੀ, ਲక్ష్ਮੀ, ਸਰਸਵਤੀ ਇਹਨਾਂ ਦਾ ਵੀ ਗੁਰੂ ਹੈ। ਇਸ ਕਰਕੇ ਸਿੱਖ ਨੂੰ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਨ ਦੀ ਆਗਿਆ ਨਹੀਂ। ਜੋ ਇੱਕ ਸਾਰਿਆਂ ਦੇ ਵਿੱਚ ਪੂਜਨੀਕ ਪਰਮੇਸ਼ਰ ਹੈ ਉਹਦੀ ਪੂਜਾ ਕਰਨੀ ਚਾਹੀਦੀ ਹੈ। ਗੁਰੂ ਸ਼ਿਵ ਜੀ ਦੀ ਨਿਆਈ ਵਿਕਾਰਾਂ ਨੂੰ ਨਾਸ਼ ਕਰਦਾ ਹੈ। ਵਿਸ਼ਨੂੰ ਜੀ ਦੀ ਨਿਆਈ ਸਿੱਖ ਦੇ ਹਿਰਦੇ ਦੇ ਵਿੱਚ ਜਿਵੇਂ ਰੋਜੀ ਬਣਦਾ, ਗੁਣ ਬਣਦਾ ਹੈ। ਬ੍ਰਹਮਾ ਦੀ ਨਿਆਈ ਦੇਵੀ ਗੁਣਾਂ ਦੀ ਉਤਪਤੀ ਕਰਦਾ ਹੈ। ਪਾਰਵਤੀ ਦੀ ਨਿਆਈ ਨਿਸ਼ਚਾ ਦਿੰਦਾ ਹੈ। ਲక్ష్ਮੀ ਦੀ ਨਿਆਈ ਪਦਾਰਥ ਦਿੰਦਾ ਹੈ। ਸਰਸਵਤੀ ਦੀ ਨਿਆਈ ਬ੍ਰਹਮ ਵਿਦਿਆ ਦੀ ਦਾਤ ਦਿੰਦਾ ਹੈ। ਅਤੇ ਇੰਨਾ ਸਰੂਪ ਕਥਨ ਦੇ ਵਿੱਚ, ਇਹੋ ਜਿਹਾ ਸਰੂਪ ਹੈ ਕਥਨ ਦੇ ਵਿੱਚ ਨਹੀਂ ਆਉਂਦਾ। ਜੇ ਕੋਈ ਕਥਨ ਕਰਨਾ ਵੀ ਚਾਹੁੰਦਾ ਤਾਂ ਸ਼ਕਤੀ ਬਿਰਤੀ ਕਰਕੇ ਨਹੀਂ ਕਥਨ ਹੁੰਦਾ। ਹੇ ਸਿੱਖ, ਭਾਵੇਂ ਅਸੀਂ ਉਸ ਅਕਾਲ ਪੁਰਖ ਦੇ ਸਰੂਪ ਨੂੰ ਅਨੁਭਵ ਦੁਆਰਾ ਜਾਣਦੇ ਹਾਂ ਪਰ ਕਥਨ ਨਹੀਂ ਕਰਦੇ। ਗੁਰੂ ਜੀ ਕਹਿੰਦੇ ਇੱਕੋ ਹੀ ਸਿੱਖਿਆ ਜਣਾ ਦਿੱਤੀ ਹੈ ਕਿ ਸਾਰਿਆਂ ਜੀਵਾਂ ਦਾ ਸਤਿਗੁਰੂ ਪਰਮੇਸ਼ਰ ਦਾਤਾ ਹੈ, ਉਸ ਨੂੰ ਕਦੇ ਵੀ ਭੁੱਲਣਾ ਨਹੀਂ ਹੈ। 158 ਅੱਖਰ ਗੁਰੂ ਸਾਹਿਬ ਜੀ ਨੇ ਪੌੜੀ ਦੇ ਕਥਨ ਕੀਤੇ। ਇੱਥੇ ਅੱਜ ਦੀ ਵਿਚਾਰ ਸਮਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।